ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪਲਵਿੰਦਰ ਸਿੰਘ ਸਰਾਂ, ਸਾਇੰਸ ਮਾਸਟਰ, ਗਵਰਨਮੈਂਟ ਹਾਈ ਸਕੂਲ ਮਹੇਸ਼ਰੀ, ਜ਼ਿਲ੍ਹਾ ਮੋਗਾ। ਬੇਟਾ, ਅੱਜ ਆਪਾਂ 10ਵੀਂ ਕਲਾਸ ਦਾ ਚੈਪਟਰ ਨੰਬਰ 10ਵਾਂ ਪ੍ਰਕਾਸ਼ ਲਾਈਟ ਪੜ੍ਹਨ ਜਾ ਰਹੇ ਹਾਂ। ਅੱਜ ਜਿਹੜਾ ਟੌਪਿਕ ਆਪਾਂ ਡਿਸਕਸ ਕਰਨ ਲੱਗੇ ਹਾਂ ਬੇਟਾ, ਉਹਦਾ ਨਾਮ ਹੈ ਪ੍ਰਕਾਸ਼ ਦਾ ਅਪਰਿਵਰਤਨ, ਜਿਹਨੂੰ ਆਪਾਂ ਕਹਿੰਦੇ ਹਾਂ ਰਿਫਰੈਕਸ਼ਨ ਆਫ ਲਾਈਟ। ਪ੍ਰਕਾਸ਼ ਦਾ ਅਪਰਿਵਰਤਨ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸਾਰਿਆਂ ਨੇ ਪ੍ਰਕਾਸ਼ ਦਾ ਪਰਿਵਰਤਨ ਬਾਰੇ ਪੜ੍ਹ ਚੁੱਕੇ ਹਾਂ। ਥੋੜਾ ਜਿਹਾ ਉਹਦੇ ਬਾਰੇ ਡਿਸਕਸ ਕਰਨ ਤੋਂ ਬਾਅਦ ਫਿਰ ਬੇਟਾ ਆਪਾਂ ਸ਼ੁਰੂ ਕਰਾਂਗੇ ਪ੍ਰਕਾਸ਼ ਦਾ ਅਪਰਿਵਰਤਨ। ਹਾਂਜੀ ਬੇਟਾ, ਪ੍ਰਕਾਸ਼ ਦਾ ਅਪਰਿਵਰਤਨ ਕੀ ਹੁੰਦਾ? ਜਿਵੇਂ ਤੁਸੀਂ ਇਮੇਜ ਦੇ ਵਿੱਚ ਦੇਖ ਰਹੇ ਹੋ, ਪ੍ਰਕਾਸ਼ ਦਾ ਆਉਣਾ, ਕਿਸੇ ਸਤਹ ਦੇ ਉੱਤੇ ਟਕਰਾਉਣਾ ਤੇ ਉਸੇ ਹੀ ਮਾਧਿਅਮ, ਜਿਸ ਮਾਧਿਅਮ ਦੇ ਵਿੱਚੋਂ ਉਹ ਆਇਆ, ਉਸੇ ਮਾਧਿਅਮ ਦੇ ਵਿੱਚ ਵਾਪਸ ਚਲਾ ਜਾਣਾ, ਉਸ ਚੀਜ਼ ਨੂੰ ਬੇਟਾ ਆਪਾਂ ਕੀ ਕਹਿੰਦੇ ਸੀਗੇ? ਪ੍ਰਕਾਸ਼ ਦਾ ਪਰਿਵਰਤਨ। ਪਰ ਜਿਹੜਾ ਬੇਟਾ ਅੱਜ ਆਪਾਂ ਡਿਸਕਸ ਕਰਨ ਲੱਗੇ ਹਾਂ, ਹਾਂਜੀ ਬੇਟਾ, ਪ੍ਰਕਾਸ਼ ਦਾ ਅਪਰਿਵਰਤਨ, ਰਿਫਰੈਕਸ਼ਨ ਆਫ ਲਾਈਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੁਝ ਐਗਜ਼ਾਮਪਲ ਡਿਸਕਸ ਕਰਨ ਜਾ ਰਿਹਾ। ਤੁਸੀਂ ਜਿਵੇਂ ਇਮੇਜ ਦੇ ਵਿੱਚ ਦੇਖ ਰਹੇ ਹੋ, ਮੈਂ ਇੱਕ ਕੀ ਲਿਆ, ਬੀਕਰ ਲਿਆ ਹੋਇਆ, ਬੀਕਰ ਦੇ ਵਿੱਚ ਪਾਣੀ ਪਾਇਆ ਹੋਇਆ, ਤਾਂ ਉਹਦੇ ਵਿੱਚ ਇੱਕ ਮੈਂ ਪੈਨਸਲ ਰੱਖੀ ਹੋਈ ਹੈ। ਤਾਂ ਸੈਕਿੰਡ ਦੇ ਵਿੱਚ ਤੁਸੀਂ ਦੇਖ ਰਹੇ ਹੋ, ਉਸੇ ਤਰ੍ਹਾਂ ਦਾ ਹੀ ਇੱਕ ਬੀਕਰ ਆਪਣੇ ਕੋਲ, ਜਿਹਦੇ ਵਿੱਚ ਮੈਂ ਇੱਕ ਕੁਆਇਨ ਰੱਖਿਆ ਹੋਇਆ। ਕਦੇ ਤੁਸੀਂ ਇਹ ਬੇਟਾ ਨੋਟ ਕੀਤਾ, ਜਦੋਂ ਆਪਾਂ ਪੈਨਸਿਲ ਨੂੰ ਪਾਣੀ ਦੇ ਵਿੱਚ ਪਾਉਂਦੇ ਹਾਂ ਤਾਂ ਉਹ ਪੈਨਸਿਲ ਆਪਾਂ ਨੂੰ ਪਾਣੀ ਦੇ ਵਿੱਚ, ਜੇ ਆਪਾਂ ਨੂੰ ਸਾਈਡ ਤੋਂ ਦੇਖੀਏ ਤਾਂ ਉਹ ਆਪਾਂ ਨੂੰ ਥੋੜੀ ਜਿਹੀ ਬੈਂਟ ਹੋਈ ਨਜ਼ਰ ਆਉਂਦੀ ਹੈ। ਕੀ ਬੇਟਾ ਇਹ ਸਾਰਿਆਂ ਨੇ ਦੇਖਿਆ? ਹਾਂਜੀ ਬੇਟਾ, ਤੁਸੀਂ ਸਾਰਿਆਂ ਨੇ ਇਹ ਜ਼ਰੂਰ ਐਗਜ਼ਾਮਿਨ ਕੀਤਾ ਹੋਊਗਾ, ਪਰ ਤੁਸੀਂ ਇਹ ਕਦੇ ਕਿਸੇ ਨੂੰ ਪੁੱਛਿਆ ਨਹੀਂ ਹੋਣਾ ਵੀ ਸਰ ਇਹ ਇਦਾਂ ਕਿਉਂ ਹੁੰਦਾ। ਹਾਂਜੀ ਬੱਚਿਓ, ਹੁਣ ਆਪਾਂ ਥੋੜਾ ਜਿਹਾ ਡਿਸਕਸ ਕਰਦੇ ਹਾਂ ਵੀ ਜਿਹੜੀ ਆਪਣੀ ਪੈਨਸਿਲ ਪਾਣੀ ਦੇ ਵਿੱਚ ਡੁੱਬੀ ਸੀਗੀ, ਉਹ ਆਪਾਂ ਨੂੰ ਮੁੜੀ ਹੋਈ ਕਿਉਂ ਦਿਖਾਈ ਦਿੰਦੀ ਹੈ। ਤਾਂ ਬੇਟਾ, ਪਾਣੀ ਵਿੱਚ ਡੁੱਬੀ ਪੈਨਸਿਲ ਦੇ ਭਾਗ ਤੋਂ ਤੁਹਾਡੇ ਕੋਲ ਪਹੁੰਚਣ ਵਾਲਾ ਪ੍ਰਕਾਸ਼ ਜਿਹੜਾ ਹੁੰਦਾ, ਉਹ ਪਾਣੀ ਤੋਂ ਬਾਹਰ ਦੇ ਪੈਨਸਿਲ ਦੇ ਭਾਗ ਦੀ ਤੁਲਨਾ ਵਿੱਚ ਭਿੰਨ ਦਿਸ਼ਾ ਵਿੱਚੋਂ ਆਉਂਦਾ ਹੋਇਆ ਪ੍ਰਤੀਤ ਹੁੰਦਾ ਹੈ। ਮਤਲਬ ਕੀ ਹੈ? ਜਿਸ ਤਰ੍ਹਾਂ ਆਪਾਂ ਪੈਨਸਿਲ ਨੂੰ ਦੇਖਦੇ ਹਾਂ, ਜਿਹੜੀ ਪਾਣੀ ਦੇ ਵਿੱਚੋਂ ਬਾਹਰ ਆ, ਉਹਦਾ ਪ੍ਰਕਾਸ਼ ਜਿਹੜਾ ਆਪਣੇ ਤੱਕ ਆਉਂਦਾ ਉਹ ਕਿਸੇ ਹੋਰ ਰਸਤੇ ਤੋਂ ਆਉਂਦਾ, ਤੇ ਜਿਹੜੀ ਪੈਨਸਿਲ ਆਪਣੀ ਪਾਣੀ ਦੇ ਵਿੱਚ ਡੁੱਬੀ ਹੁੰਦੀ ਹੈ, ਉੱਥੋਂ ਜਿਹੜਾ ਪ੍ਰਕਾਸ਼ ਆਪਣੀਆਂ ਅੱਖਾਂ ਦੇ ਵਿੱਚ ਆਉਂਦਾ ਉਹ ਕਿਸੇ ਹੋਰ ਜਗ੍ਹਾ ਤੋਂ ਆਉਂਦਾ। ਇਹੀ ਕਾਰਨ ਆ ਜਿਹਦੇ ਕਰਕੇ ਆਪਾਂ ਨੂੰ ਜਿਹੜੀ ਆਪਣੀ ਪੈਨਸਿਲ ਆ ਉਹ ਥੋੜੀ ਟੇਢੀ ਦਿਖਾਈ ਦਿੰਦੀ ਹੈ। ਫਿਰ ਬੇਟਾ ਤੁਸੀਂ ਇੱਥੇ ਮੈਨੂੰ ਕਹੋਗੇ, ਸਰ ਵੀ ਇਦਾਂ ਕਿਵੇਂ ਹੋ ਗਿਆ ਵੀ ਪਾਣੀ ਦੇ ਵਿੱਚੋਂ ਪ੍ਰਕਾਸ਼ ਹੋਰ ਜਗ੍ਹਾ ਤੋਂ ਆ ਰਿਹਾ? ਤੁਸੀਂ ਕਹਿ ਰਹੇ ਹੋ ਪੈਨਸਿਲ ਤੋਂ ਜਿਹੜਾ ਆ ਰਿਹਾ, ਤੇ ਜਿਹੜਾ ਆਪਣਾ ਹਵਾ ਦੇ ਵਿੱਚ ਜਿਹੜੀ ਭਾਗ ਹੈ ਪੈਨਸਿਲ ਦਾ, ਉਹ ਕਿਤੋਂ ਹੋਰ ਆ ਰਿਹਾ, ਵੀ ਸਰ ਇਹ ਕਿਉਂ ਹੈ? ਹਾਂਜੀ ਬੇਟਾ, ਤਾਂ ਫਿਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੂੰਗਾ, ਜਿਹੜਾ ਬੇਟਾ ਪ੍ਰਕਾਸ਼ ਹੈ ਉਹਦੀ ਗਤੀ ਹਵਾ ਦੇ ਵਿੱਚ ਜਾਂ ਪਾਣੀ ਦੇ ਵਿੱਚ ਗੱਲ ਕਰੀਏ, ਉਹ ਬਰਾਬਰ ਨਹੀਂ ਹੁੰਦੀ। ਜਿਵੇਂ ਤੁਸੀਂ ਸਾਰੇ ਹੀ ਜਾਣਦੇ ਹੋ, ਹਵਾ ਦੇ ਵਿੱਚ ਜਿਹੜੀ ਪ੍ਰਕਾਸ਼ ਦੀ ਗਤੀ ਆ ਉਹ ਸਭ ਤੋਂ ਜ਼ਿਆਦਾ ਹੁੰਦੀ ਹੈ, ਤੇ ਪਾਣੀ ਦੇ ਵਿੱਚ ਉਸ ਦੀ ਗਤੀ ਜਿਹੜੀ ਹੈਗੀ ਆ ਉਹ ਕੀ ਹੋ ਜਾਂਦੀ ਆ? ਘਟ ਜਾਂਦੀ। ਮਤਲਬ ਆਪਾਂ ਸਿੰਪਲੀ ਕਹਿ ਸਕਦੇ ਹਾਂ, ਵੱਖ-ਵੱਖ ਮਾਧਿਅਮ ਦੇ ਵਿੱਚ ਪ੍ਰਕਾਸ਼ ਦੀ ਗਤੀ ਜਿਹੜੀ ਹੈਗੀ ਆ ਉਹ ਵੱਖ-ਵੱਖ ਹੁੰਦੀ ਹੈ। ਇਹੀ ਕਾਰਨ ਹੈ ਬੇਟਾ ਜਿਹਦੇ ਕਰਕੇ ਆਪਾਂ ਨੂੰ ਜਿਹੜੀ ਆਪਣੀ ਪੈਨਸਿਲ ਆ ਉਹ ਪਾਣੀ ਦੇ ਵਿੱਚ ਜਿਹੜੀ ਡੁੱਬੀ ਹੁੰਦੀ ਆ ਉਹ ਟੇਢੀ ਨਜ਼ਰ ਆਉਂਦੀ ਹੈ। ਦੀ ਇੱਕ ਹੋਰ ਐਗਜ਼ਾਮਪਲ ਲੈ ਸਕਦੇ ਹਾਂ। ਤੁਸੀਂ ਆਮ ਹੀ ਦੇਖਿਓ, ਜਦੋਂ ਪਾਣੀ ਦੇ ਵਿੱਚ ਤੁਸੀਂ ਇੱਕ ਬਾਲਟੀ ਪਾਣੀ ਦੀ ਲਓ, ਉਹਦੇ ਵਿੱਚ ਇੱਕ ਸਿੱਕਾ ਸਿੱਟ ਦਿਓ, ਤਾਂ ਉਹ ਪਾਣੀ ਨੂੰ, ਸਿੱਕੇ ਨੂੰ ਦੇਖੋਗੇ ਜਦੋਂ ਤੁਸੀਂ, ਤਾਂ ਤੁਹਾਨੂੰ ਇੱਦਾਂ ਨਜ਼ਰ ਆਊਗਾ ਵੀ ਜਿਵੇਂ ਉਹ ਸਿੱਕਾ ਜਿਹੜਾ ਹੈਗਾ ਉਹ ਥੋੜ੍ਹਾ ਜਿਹਾ ਪਾਣੀ ਤੋਂ ਉੱਪਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਆਪਾਂ ਨੂੰ। ਇਹ ਬੇਟਾ ਤੁਸੀਂ ਨੋਰਮਲ ਘਰ ਦੇ ਵਿੱਚ ਆਪਣੇ ਐਗਜ਼ਾਮਪਲ ਕਰਕੇ ਦੇਖ ਸਕਦੇ ਹੋ। ਸੋ ਬੱਚਿਓ, ਤੁਹਾਨੂੰ ਇੱਥੋਂ ਤੱਕ ਹੁਣ ਪਤਾ ਲੱਗ ਗਿਆ ਹੋਊਗਾ ਵੀ ਜਿਹੜੀ ਉਹ ਆਪਾਂ ਨੂੰ ਪੈਨਸਿਲ ਸੀਗੀ ਉਹ ਬੈਂਟ ਹੋਈ ਕਿਉਂ ਨਜ਼ਰ ਆਈ ਸੀ। ਤਾਂ ਬੇਟਾ ਤੁਸੀਂ ਹੁਣ ਦਿੱਤੀ ਗਈ ਡਾਇਗਰਾਮ ਦੇ ਵਿੱਚ ਕਲੀਅਰਲੀ ਦੇਖ ਸਕਦੇ ਹੋ, ਇੱਕ ਪ੍ਰਕਾਸ਼ ਕਿਰਨ, ਠੀਕ ਹੈ, ਉਹ ਹਵਾ ਦੇ ਵਿੱਚੋਂ ਆ ਕੇ ਇੱਕ ਸਤਹ ਦੇ ਉੱਤੇ ਟਕਰਾਉਂਦੀ ਹੈ, ਤਾਂ ਉਹ ਅੱਗੇ ਗਲਾਸ ਦੇ ਵਿੱਚ ਚਲੀ ਜਾਂਦੀ ਹੈ। ਤਾਂ ਮੈਂ ਉਹਦੇ 'ਤੇ ਨਾ ਇੱਕ ਗਤੀ ਲਿਖੀ ਹੋਈ ਹੈ, ਤੁਸੀਂ ਗਤੀ ਪੜ੍ਹ ਸਕਦੇ ਹੋ। ਹਵਾ ਦੇ ਵਿੱਚ ਪ੍ਰਕਾਸ਼ ਦੀ ਗਤੀ ਕਿੰਨੀ ਹੈ? 3 × 10⁸ ਮੀਟਰ ਪਰ ਸੈਕਿੰਡ। ਤੇ ਜਦੋਂ ਉਹ ਲਾਈਟ ਕਾਹਦੇ ਵਿੱਚ ਮੂਵ ਕਰ ਗਈ? ਗਲਾਸ ਦੇ ਵਿੱਚ ਮੂਵ ਕਰ ਗਈ, ਤਾਂ ਉਹਦੀ ਗਤੀ ਦੇਖੋ ਬੇਟਾ ਕਿੰਨੀ ਹੋ ਗਈ? 2 × 10⁸। ਮਤਲਬ ਤਕਰੀਬਨ ਕਾਫੀ ਜਿਹੜੀ ਗਤੀ ਆ ਉਹ ਪ੍ਰਕਾਸ਼ ਦੀ ਘਟ ਗਈ। ਠੀਕ ਹੈ, ਇਹੀ ਕਾਰਨ ਆ ਜਿਹਦੇ ਕਰਕੇ ਆਪਾਂ ਨੂੰ ਜਿਹੜੀ ਉਹ ਪੈਨਸਿਲ ਆਪਾਂ ਗੱਲ ਕੀਤੀ ਸੀ, ਜਾਂ ਜਿਹੜੇ ਉਹ ਸਿੱਕੇ ਦੀ ਗੱਲ ਕੀਤੀ ਸੀ ਜਿਹੜਾ ਆਪਾਂ ਪਾਣੀ ਦੇ ਵਿੱਚ ਪਾਇਆ ਸੀਗਾ, ਉਹ ਆਪਾਂ ਨੂੰ ਥੋੜ੍ਹਾ ਜਿਹਾ ਉੱਭਰਿਆ ਹੋਇਆ ਨਜ਼ਰ ਆਇਆ ਸੀ, ਮਤਲਬ ਉੱਪਰ ਨੂੰ ਨਜ਼ਰ ਆਇਆ ਸੀਗਾ, ਤੇ ਜਿਹੜੀ ਆਪਣੀ ਪੈਨਸਿਲ ਸੀਗੀ ਉਹ ਆਪਾਂ ਨੂੰ ਥੋੜ੍ਹੀ ਜਿਹੀ ਬੈਂਟ ਹੁੰਦੀ ਨਜ਼ਰ ਆਈ ਸੀ। ਹਾਂਜੀ, ਨੈਕਸਟ ਬੇਟਾ ਆਪਾਂ ਨੂੰ ਇਹਦੇ ਵਿੱਚ ਹੁਣ ਮਾਧਿਅਮ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਮਾਧਿਅਮ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਨੂੰ ਆਪਾਂ ਕਹਿ ਸਕਦੇ ਹਾਂ ਵਿਰਲਾ ਮਾਧਿਅਮ, ਤੇ ਇੱਕ ਨੂੰ ਆਪਾਂ ਕਹਿ ਸਕਦੇ ਹਾਂ ਸੰਘਣਾ ਮਾਧਿਅਮ।
ਜਿਹਨੂੰ ਆਪਾਂ ਡੈਂਸਿਟੀ ਨਾਲ ਰਿਲੇਟ ਕਰ ਸਕਦੇ ਹਾਂ। ਜਿਹਦੀ ਡੈਂਸਿਟੀ ਘੱਟ ਹੁੰਦੀ ਆ ਉਹਨੂੰ ਆਪਾਂ ਵਿਰਲਾ ਮਾਧਿਅਮ ਕਹਿ ਦਿੰਦੇ ਹਾਂ, ਮਤਲਬ ਉਹਦੇ ਵਿੱਚ ਜਿਹੜੇ ਕਣ ਆ ਉਹ ਬੜੇ ਵਿਰਲੇ ਵਿਰਲੇ ਪਏ ਹੁੰਦੇ ਆ। ਅਤੇ ਜਿਹਦੇ ਕਣ ਮਤਲਬ ਆਪਸ ਦੇ ਵਿੱਚ ਕਾਫੀ ਨਜ਼ਦੀਕ ਜਾਂ ਨੇੜੇ ਪਏ ਹੁੰਦੇ ਹਨ, ਉਹਦੀ ਡੈਂਸਿਟੀ ਕੀ ਹੋ ਜਾਂਦੀ ਹੈ, ਜ਼ਿਆਦਾ। ਜਿਵੇਂ ਆਪਾਂ ਗਲਾਸ ਦੀ ਗੱਲ ਕਰੀਏ, ਗਲਾਸ ਕੀ ਹੈ, ਇੱਕ ਸੰਘਣਾ ਮਾਧਿਅਮ ਆ। ਅਤੇ ਜੇ ਹਵਾ ਦੀ ਗੱਲ ਕਰੀਏ, ਹਵਾ ਕੀ ਹੈ, ਇੱਕ ਵਿਰਲਾ ਮਾਧਿਅਮ ਆ। ਜੇ ਮੈਂ ਪਾਣੀ ਅਤੇ ਹਵਾ ਦੀ ਗੱਲ ਕਰਾਂ ਤਾਂ ਹਵਾ ਜਿਹੜੀ ਹੈਗੀ ਆ ਉਹ ਵਿਰਲਾ ਮਾਧਿਅਮ ਆ ਜਾਂਦੀ ਹੈ, ਅਤੇ ਜਿਹੜਾ ਪਾਣੀ ਆ ਉਹ ਕੀ ਆ ਜਾਂਦਾ ਆਪਣੇ ਕੋਲ, ਸੰਘਣਾ ਮਾਧਿਅਮ। ਬੇਟਾ ਇਹ ਮੈਂ ਹੁਣ ਤੁਹਾਨੂੰ ਕਿਉਂ ਦੱਸਿਆ, ਕਿਉਂਕਿ ਇਹਦੇ ਵਿੱਚ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ ਰਿਫਰੈਕਸ਼ਨ ਦੀ, ਤਾਂ ਮੈਂ ਹੁਣ ਤੁਹਾਨੂੰ ਇੱਥੇ ਰਿਫਰੈਕਸ਼ਨ ਦੀ ਜਿਹੜੀ ਡੈਫੀਨੇਸ਼ਨ ਆ ਬੇਟਾ ਉਹ ਕਲੀਅਰ ਕਰਨ ਲੱਗਾ। ਆਖਰ ਅਪਵਰਤਨ ਹੈ ਕੀ, ਰਿਫਰੈਕਸ਼ਨ ਹੈ ਕੀ? ਰਿਫਰੈਕਸ਼ਨ ਕੀ ਹੈ ਬੇਟਾ? ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਦੇ ਵਿੱਚ ਜਾਂਦੀ ਹੈ। ਇੱਥੋਂ ਬੇਟਾ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਜੇ ਆਪਾਂ ਗੱਲ ਕਰੀਏ ਪ੍ਰਵਰਤਨ ਦੀ, ਪ੍ਰਵਰਤਨ ਦੇ ਵਿੱਚ ਕੀ ਫਰਕ ਸੀਗਾ? ਉਹਦੇ ਵਿੱਚ ਜਿਹੜੀ ਪ੍ਰਕਾਸ਼ ਦੀ ਕਿਰਨ ਸੀਗੀ ਉਹ ਜਿਹੜੇ ਮਾਧਿਅਮ ਦੇ ਵਿੱਚੋਂ ਆਈ ਉਸੇ ਮਾਧਿਅਮ ਦੇ ਵਿੱਚ ਹੀ ਵਾਪਸ ਚਲੀ ਗਈ ਸੀ। ਪਰ ਇਸ ਦੇ ਵਿੱਚ ਇੱਦਾਂ ਨਹੀਂ ਹੁੰਦਾ। ਇੱਥੇ ਜਿਹੜੀ ਪ੍ਰਕਾਸ਼ ਦੀ ਕਿਰਨ ਆ ਉਹ ਇੱਕ ਮਾਧਿਅਮ ਤੋਂ ਆ ਰਹੀ ਆ ਅਤੇ ਦੂਜੇ ਮਾਧਿਅਮ ਦੇ ਵਿੱਚ ਜਾ ਰਹੀ ਹੈ, ਠੀਕ ਹੈ। ਅਤੇ ਜਦੋਂ ਉਹ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵੱਲ ਜਾਂਦੀ ਹੈ ਤਾਂ ਉਹ ਆਪਦੇ ਆਪ ਨੂੰ ਬੈਂਡ ਕਰਦੀ ਹੈ। ਤਾਂ ਬੇਟਾ ਤੁਸੀਂ ਜਦੋਂ ਮੈਨੂੰ ਇੱਥੇ ਕੁਐਸਚਨ ਕਰੋਗੇ, ਸਰ ਤੁਸੀਂ ਕਿਹਾ ਬੈਂਡ ਕਰਦੀ ਹੈ, ਤਾਂ ਇਹ ਬੈਂਡ ਕਿੱਧਰ ਨੂੰ ਕਰੂਗੀ, ਮਤਲਬ ਕਿਸ ਸਾਈਡ ਵੱਲ ਬੈਂਡ ਕਰਦੀ ਹੈ? ਮਤਲਬ ਇਹ ਆਪਦੀ ਜਿਹੜੀ ਪ੍ਰਕਾਸ਼ ਕਿਰਨ ਆ ਰਹੀ ਹੈ ਉਸ ਤੋਂ ਪਰਾਂ ਨੂੰ ਜਾ ਰਹੀ ਹੈ ਜਾਂ ਉਸ ਤੋਂ ਆਪਦੇ ਵੱਲ ਨੂੰ ਮੁੜ ਰਹੀ ਹੈ? ਤਾਂ ਬੇਟਾ ਉਹ ਆਪਾਂ ਹੁਣ ਡਿਸਕਸ ਕਰਾਂਗੇ। ਮੈਂ ਤੁਹਾਨੂੰ ਕਿਹਾ ਸੀਗਾ ਬੇਟਾ ਆਪਾਂ 2 ਮੀਡੀਅਮ ਪੜ੍ਹੇ ਆ ਇਹਦੇ ਵਿੱਚ। ਇੱਕ ਸੀਗਾ ਆਪਣੇ ਕੋਲੇ ਵਿਰਲਾ ਮਾਧਿਅਮ ਅਤੇ ਦੂਜਾ ਸੀਗਾ ਆਪਣੇ ਕੋਲੇ ਸੰਘਣਾ ਮਾਧਿਅਮ। ਜਦੋਂ ਬੇਟਾ ਤੁਸੀਂ ਆ ਜਿਹੜੀ ਇਮੇਜ ਦੇਖ ਰਹੇ ਹੋ ਉਹਦੇ ਵਿੱਚ ਕਲੀਅਰਲੀ ਦੇਖ ਰਹੇ ਹੋ, ਜਦੋਂ ਏਅਰ ਟੂ ਗਲਾਸ, ਹਵਾ ਤੋਂ ਕੱਚ ਵੱਲ ਨੂੰ ਆਉਂਦੀ ਹੈ, ਤਾਂ ਦੇਖੋ ਬੇਟਾ ਜਿਹੜੀ ਪ੍ਰਕਾਸ਼ ਕਿਰਨ ਆ ਰਹੀ ਆ ਉਹ ਸਤਹ ਦੇ ਟਕਰਾਉਣ ਤੋਂ ਬਾਅਦ ਕਿਹੜੀ ਸਾਈਡ ਨੂੰ ਮੁੜੀ? ਤਾਂ ਜਿਹੜੀ ਵਿਚਾਲੇ ਲਾਈਨ ਲੱਗੀ ਜਿਹਨੂੰ ਆਪਾਂ ਲੰਬ ਕਹਿੰਦੇ ਆ, ਤੁਸੀਂ ਰਿਫਰੈਕਸ਼ਨ ਵਾਲੇ ਚੈਪਟਰ ਦੇ ਵਿੱਚ ਟੌਪਿਕ ਦੇ ਵਿੱਚ ਇਹਨੂੰ ਪੜ੍ਹ ਚੁੱਕੇ ਹੋ। ਤਾਂ ਦੇਖੋ ਇਹ ਕਿਹੜੀ ਸਾਈਡ ਨੂੰ ਮੁੜ ਗਈ? ਜਿਹੜੇ ਲੰਬ ਵੱਲ ਨੂੰ ਮੁੜੀ ਹੈ। ਇਟ ਮੀਨਸ ਕਿ ਜਦੋਂ ਜਿਹੜੀ ਪ੍ਰਕਾਸ਼ ਦੀ ਕਿਰਨ ਹੈ ਉਹ ਵਿਰਲੇ ਤੋਂ ਸੰਘਣੇ ਮਾਧਿਅਮ ਵੱਲ ਆਉਂਦੀ ਆ ਤਾਂ ਉਹ ਲੰਬ ਵੱਲ ਨੂੰ ਕੀ ਹੋ ਜਾਂਦੀ ਆ, ਮੁੜ ਜਾਂਦੀ ਹੈ। ਅਤੇ ਉਹੀ ਜਦੋਂ ਇਹ ਸੰਘਣੇ ਮਾਧਿਅਮ ਤੋਂ ਵਿਰਲੇ ਮਾਧਿਅਮ 'ਚ ਆਊਗੀ ਤਾਂ ਇਹ ਕਿਹੜੀ ਸਾਈਡ ਨੂੰ ਮੁੜੂਗੀ? ਜਿਹੜਾ ਉਹ ਲੰਬ ਸੀਗਾ ਉਸ ਤੋਂ ਪਰਾਂ ਵਾਲੇ ਪਾਸੇ ਨੂੰ ਮੁੜ ਜਾਂਦੀ ਹੈ। ਤਾਂ ਬੇਟਾ ਤੁਹਾਨੂੰ ਇਹ ਕਲੀਅਰਲੀ ਇੱਥੇ ਹੁਣ ਪਤਾ ਲੱਗ ਗਿਆ ਹੋਣਾ ਵੀ ਜਦੋਂ ਪ੍ਰਕਾਸ਼ ਕਿਰਨ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ 'ਚ ਜਾਂਦੀ ਹੈ ਤਾਂ ਉਹ ਕਿਸ ਸਾਈਡ ਵੱਲ ਕਿਸ ਸਾਈਡ ਵੱਲ ਮੁੜਦੀ ਹੈ। ਕਲੀਅਰ ਬੇਟਾ ਸਾਰਿਆਂ ਨੂੰ? ਸੋ ਬੱਚਿਓ, ਇੱਥੋਂ ਤੱਕ ਤੁਹਾਨੂੰ ਪ੍ਰਕਾਸ਼ ਦਾ ਅਪ੍ਰਵਰਤਨ ਬਾਰੇ ਕਲੀਅਰਲੀ ਪਤਾ ਲੱਗ ਗਿਆ ਹੋਊਗਾ ਕੀ ਹੈ। ਇਹਦੇ ਵਿੱਚ ਕੀ ਹੁੰਦਾ ਬੇਟਾ? ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਜਦੋਂ ਪ੍ਰਕਾਸ਼ ਦੀ ਕਿਰਨ ਜਾਂਦੀ ਹੈ ਤਾਂ ਉਹ ਆਪਦੀ ਜਗ੍ਹਾ ਤੋਂ ਮੁੜ ਜਾਂਦੀ ਹੈ। ਜਾਂ ਤਾਂ ਉਹ ਲੰਬ ਦੇ ਵੱਲ ਨੂੰ ਮੁੜਦੀ ਹੈ ਜਾਂ ਉਹ ਲੰਬ ਤੋਂ ਪਰਾਂ। ਉਹ ਡਿਪੈਂਡ ਕਰਦਾ ਵੀ ਆਪਣੇ ਕੋਲੇ ਉਹ ਜਿਹੜਾ ਹੈਗਾ ਮੀਡੀਅਮ ਉਹ ਕਿਹੜਾ, ਮਾਧਿਅਮ ਕਿਹੜਾ ਵਾ, ਵਿਰਲਾ ਵਾ ਕਿ ਉਹ ਸੰਘਣੇ 'ਚ ਜਾ ਰਹੀ ਹੈ। ਉਹਦੇ ਬਾਰੇ ਤੁਹਾਨੂੰ ਹੁਣ ਕਲੀਅਰਲੀ ਪਤਾ ਲੱਗ ਗਿਆ ਹੋਊਗਾ। ਅਤੇ ਬੇਟਾ ਇਹ ਕਿਉਂ ਮੁੜਦੀ ਹੈ ਉਹਦੇ ਬਾਰੇ ਆਪਾਂ ਦੇਖ ਹੀ ਚੁੱਕੇ ਹਾਂ। ਕਿਉਂਕਿ ਜੇ ਆਪਾਂ ਹਵਾ ਦੀ ਗੱਲ ਕਰੀਏ, ਹਵਾ ਦੇ ਵਿੱਚ ਪ੍ਰਕਾਸ਼ ਦੀ ਗਤੀ ਕੀ ਸੀਗੀ? ਜ਼ਿਆਦਾ ਸੀਗੀ। ਅਤੇ ਜੇ ਆਪਾਂ ਗਲਾਸ ਦੀ ਗੱਲ ਕਰੀਏ, ਕੱਚ ਦੀ ਗੱਲ ਕਰੀਏ, ਤਾਂ ਉਹਦੇ ਵਿੱਚ ਪ੍ਰਕਾਸ਼ ਦੀ ਜਿਹੜੀ ਗਤੀ ਹੁੰਦੀ ਆ ਉਹ ਘਟ ਜਾਂਦੀ ਹੈ, ਜਿਹਦੇ ਕਰਕੇ ਇਹ ਬੈਂਡ ਆਉਂਦਾ, ਮਤਲਬ ਜਿਹਦੇ ਕਰਕੇ ਜਿਹੜੀ ਪ੍ਰਕਾਸ਼ ਦੀ ਕਿਰਨ ਆ ਉਹ ਕੀ ਕਰਦੀ ਹੈ ਬੇਟਾ? ਮੁੜ ਜਾਂਦੀ ਹੈ। ਹਾਂਜੀ ਬੇਟਾ, ਹੁਣ ਆਪਾਂ ਜਿਹੜਾ ਅੱਗੇ ਡਿਸਕਸ ਕਰਨ ਲੱਗੇ ਹਾਂ, ਜਿਹੜਾ ਆਪਣੇ ਕੋਲੇ ਨੈਕਸਟ ਟੌਪਿਕ ਹੈ, ਉਹਦੇ ਵਿੱਚ ਆਪਾਂ ਬੇਟਾ ਦੇਖਾਂਗੇ ਕੱਚ ਦੀ ਆਇਤਕਾਰ ਸਲੈਬ ਵਿੱਚੋਂ ਅਪ੍ਰਵਰਤਨ, ਜਿਹਨੂੰ ਆਪਾਂ ਕਹਿੰਦੇ ਹਾਂ ਰਿਫਰੈਕਸ਼ਨ ਥਰੂ ਏ ਗਲਾਸ ਸਲੈਬ। ਆਪਾਂ ਇੱਕ ਗਲਾਸ ਸਲੈਬ ਲਵਾਂਗੇ, ਉਸ ਸਲੈਬ ਦੇ ਵਿੱਚੋਂ ਪ੍ਰਕਾਸ਼ ਦਾ ਅਪ੍ਰਵਰਤਨ ਬਾਰੇ ਕਲੀਅਰਲੀ ਡਿਸਕਸ ਕਰਾਂਗੇ। ਹਾਂਜੀ ਬੱਚਿਓ, ਕੱਚ ਦੀ ਸਲੈਬ ਜਿਵੇਂ ਤੁਸੀਂ ਆਪਣੀ ਇਮੇਜ ਦੇ ਵਿੱਚ ਦੇਖ ਰਹੇ ਹੋ, ਇਹ ਤੁਸੀਂ ਆਪਣੇ ਸਕੂਲ ਦੇ ਵਿੱਚ ਆਪਣੀਆਂ ਸਾਇੰਸ ਲੈਬਸ ਦੇ ਵਿੱਚ ਕਲੀਅਰ ਦੇਖਿਆ ਹੋਣਾ ਵੀ ਜਿਹੜੀ ਹੈਗੀ ਕੱਚ ਦੀ ਸਲੈਬ ਇਸ ਤਰ੍ਹਾਂ ਦੀ ਹੁੰਦੀ ਹੈ। ਬੇਟਾ ਹੁਣ ਇਹਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕੱਚ ਦੇ ਸਲੈਬ ਵਿੱਚੋਂ ਅਪ੍ਰਵਰਤਨ, ਰਿਫਰੈਕਸ਼ਨ ਥਰੂ ਗਲਾਸ ਸਲੈਬ। ਤਾਂ ਇਹ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੀਆਂ ਆਪਾਂ ਇਹ ਚੀਜ਼ਾਂ ਬਾਰੇ ਪੜ੍ਹਨ ਜਾ ਰਹੇ ਹਾਂ ਉਹਨਾਂ ਬਾਰੇ ਦੱਸ ਦੇਵਾਂ। ਹੁਣ ਜਿਵੇਂ ਤੁਸੀਂ ਡਾਇਗ੍ਰਾਮ ਦੇ ਵਿੱਚ ਦੇਖ ਰਹੇ ਹੋ ਬੇਟਾ, ਕੀ ਹੈ ਇਹਦੇ ਵਿੱਚ? ਦੇਖੋ, ਇੱਕ ਪ੍ਰਕਾਸ਼ ਦੀ ਕਿਰਨ ਜਿਹੜੀ ਲਾਲ ਰੰਗ ਦੀ ਆ ਰਹੀ ਹੈ, ਜਿਹਨੂੰ ਮੈਂ PQ ਲਿਖਿਆ, ਉਹਨੂੰ ਕੀ ਕਹਿੰਦੇ ਆ ਇਹਦੇ ਬਾਰੇ ਆਪਾਂ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਬੇਟਾ। ਇਸ ਨੂੰ ਆਪਾਂ ਕਹਿੰਦੇ ਆ ਆਪਾਤੀ ਕਿਰਨ। ਕੀ ਕਹਿੰਦੇ ਇਹਨੂੰ ਆਪਾਂ? ਆਪਾਤੀ ਕਿਰਨ, ਜਿਹਨੂੰ ਇੰਗਲਿਸ਼ ਵਿੱਚ ਆਪਾਂ ਇਨਸੀਡੈਂਟ ਰੇ ਕਹਿੰਦੇ ਆ। ਦੇਖੋ, ਇਹ ਹਵਾ ਦੇ ਵਿੱਚੋਂ ਆਈ,
ਉਦੋਂ ਬਾਅਦ ਚੋਂ ਇਹ ਗਲਾਸ ਦੀ ਸਤਹ ਦੇ ਨਾਲ ਟਕਰਾਉਣ ਤੋਂ ਬਾਅਦ ਬਲੂ ਕਲਰ ਦੇ ਵਿੱਚ ਕਨਵਰਟ ਹੋ ਗਈ ਦੇਖੋ, ਤੇ ਇਹ ਬੈਂਡ ਵੀ ਹੋਈ ਹੈ। ਤੇ ਤੁਸੀਂ ਕਹੋਗੇ ਸਰ ਜਿਹੜਾ ਗਲਾਸ ਸੀਗਾ ਉਹ ਇੱਕ ਸੰਘਣਾ ਮਾਧਿਅਮ ਸੀਗਾ, ਇਸ ਕਰਕੇ ਜਿਹੜੀ ਇਹ ਆਪਣੀ ਕਿਰਨ ਸੀਗੀ ਇਹ ਲੰਬ ਦੇ ਵੱਲ ਨੂੰ ਮੁੜਨੀ ਸੀ। ਤਾਂ ਇੱਥੇ ਤੁਹਾਨੂੰ ਕਲੀਅਰਲੀ ਪਤਾ ਲੱਗ ਰਿਹਾ ਹੋਣਾ ਵੀ ਜਿਹੜੀ ਆਪਣੀ ਕਿਰਨ ਹੈਗੀ ਆ ਉਹ ਲੰਬ ਵੱਲ ਮੁੜ ਗਈ। ਹੁਣ ਕਿਊ ਆਰ ਬੇਟਾ, ਹੁਣ ਕਿਊ ਆਰ ਨੂੰ ਆਪਾਂ ਕੀ ਕਹਿੰਦੇ ਆ, ਇਹਨੂੰ ਕਹਿੰਦੇ ਆ ਆਪਾਂ ਪਰਾਵਰਤਿਤ ਕਿਰਨ, ਕਿਉਂਕਿ ਇਹ ਪਰਾਵਰਤਿਤ ਹੋ ਚੁੱਕੀ ਆ ਆਪਣੀ ਜਗ੍ਹਾ ਤੋਂ। ਤਾਂ ਬੇਟਾ ਆਪਾਂ ਇਸ ਨੂੰ ਫਿਰ ਕੀ ਕਹਿੰਦੇ ਆ, ਆਪ੍ਰਵਰਤਿਤ ਕਿਰਨ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਰਿਫਰੈਕਟਡ ਰੇ ਵੀ ਕਹਿੰਦੇ ਆ। ਠੀਕ ਹੈ, ਤਾਂ ਹੁਣ ਬੇਟਾ ਦੇਖੋ ਜਿਹੜੀ ਹੁਣ ਗਲਾਸ ਦੇ ਵਿੱਚ ਇਹ ਕਿਰਨ ਆਈ ਆ ਤੇ ਉਦੋਂ ਬਾਅਦ ਚੋਂ ਦੇਖੋ ਇਹ ਗਲਾਸ ਤੋਂ ਬਾਹਰ ਨਿਕਲ ਗਈ। ਗਲਾਸ ਤੋਂ ਬਾਹਰ ਨਿਕਲ ਗਈ ਮਤਲਬ ਐਤਕੀ ਗਲਾਸ ਕੀ ਸੀ ਆਪਣੇ ਕੋਲੇ, ਤੁਸੀਂ ਕਹੋਗੇ ਸਰ ਇਹ ਇੱਕ ਸੰਘਣਾ ਮਾਧਿਅਮ ਆ ਤੇ ਹਵਾ ਫਿਰ ਕੀ ਹੋ ਗਿਆ, ਵਿਰਲਾ। ਹੁਣ ਇਹ ਸੰਘਣੇ ਤੋਂ ਕਿਹੜੇ ਮਾਧਿਅਮ 'ਚ ਚਲੀ ਜਾ ਰਹੀ ਹੈ, ਤੁਸੀਂ ਕਹੋਗੇ ਸਰ ਇਹ ਹੁਣ ਸੰਘਣੇ ਤੋਂ ਵਿਰਲਾ ਮਾਧਿਅਮ ਦੇ ਵਿੱਚ ਜਾ ਰਹੀ ਹੈ। ਤਾਂ ਫਿਰ ਮੈਂ ਤੁਹਾਨੂੰ ਪੁੱਛਾਂ ਜੇ, ਤਾਂ ਬੇਟਾ ਫਿਰ ਇਹ ਹੁਣ ਲੰਬ ਤੋਂ ਕਿਹੜੇ ਵੱਲ, ਕਿਹੜੀ ਡਾਇਰੈਕਸ਼ਨ ਨੂੰ ਮੁੜੂਗੀ, ਪਰਾਂ ਨੂੰ ਜਾਊਗੀ ਕਿ ਲੰਬ ਦੇ ਵੱਲ ਆਊਗੀ। ਤਾਂ ਤੁਸੀਂ ਸਾਰਿਆਂ ਨੇ ਇਹੀ ਕਹਿਣਾ ਇੱਥੇ ਸਰ ਜਿਹੜੀ ਇਹਦੀ ਡਾਇਰੈਕਸ਼ਨ ਹੈਗੀ ਆ ਉਹ ਹੁਣ ਲੰਬ ਤੋਂ ਪਰਾਂ ਵੱਲ ਨੂੰ ਮੁੜੂਗੀ। ਤਾਂ ਬੇਟਾ ਦੇਖੋ ਜਿਹੜੀ ਆਰ ਐਸ ਰੈੱਡ ਕਲਰ ਮੈਂ ਫਿਰ ਉੱਥੇ ਲਾਇਆ ਹੋਇਆ, ਤਾਂ ਉਹ ਤੁਸੀਂ ਕਲੀਅਰਲੀ ਦੇਖ ਸਕਦੇ ਹੋ ਵੀ ਉਹ ਕਿੱਧਰ ਨੂੰ ਮੁੜੀ ਆ, ਉਹ ਫਿਰ ਲੰਬ ਤੋਂ ਪਰਾਂ ਨੂੰ ਮੁੜੀ ਆ, ਕਿਉਂਕਿ ਐਤਕੀ ਜਿਹੜਾ ਆਪਣਾ ਮਾਧਿਅਮ ਸੀਗਾ ਉਹ ਕਿਹੜਾ ਹੋ ਗਿਆ, ਉਹ ਹੁਣ ਸੰਘਣੇ ਤੋਂ ਵਿਰਲੇ ਮਾਧਿਅਮ ਵੱਲ ਆਈ ਹੈ। ਤਾਂ ਫਿਰ ਆਰ ਐਸ ਨੂੰ ਕੀ ਕਹਿੰਦੇ ਆ ਆਪਾਂ, ਇਹਨੂੰ ਬੇਟਾ ਆਪਾਂ ਕਹਿੰਦੇ ਆ ਨਿਰਗਾਮੀ ਕਿਰਨ, ਐਮਰਜੈਂਟ ਰੇ। ਹਾਂਜੀ ਬੇਟਾ, ਤਾਂ ਮੈਂ ਇੱਥੋਂ ਹੁਣ ਆਸ ਕਰਦਾ ਤੁਹਾਨੂੰ ਸਾਰਿਆਂ ਨੂੰ ਆਪਾਤੀ ਕਿਰਨ, ਲੰਬ ਬਾਰੇ, ਆਪ੍ਰਵਰਤਿਤ ਕਿਰਨ ਤੇ ਨਿਰਗਾਮੀ ਕਿਰਨ ਬਾਰੇ ਕਲੀਅਰਲੀ ਪਤਾ ਲੱਗ ਗਿਆ ਹੋਊਗਾ। ਤਾਂ ਬੇਟਾ ਤੁਸੀਂ ਹੁਣ ਇੱਕ ਚੀਜ਼ ਹੋਰ ਨੋਟ ਕਰੋ ਛੋਟੀ ਜਿਹੀ ਇਹਦੇ ਵਿੱਚ, ਜੇ ਮੈਂ ਪੀ ਕਿਊ ਨੂੰ ਸਿੱਧੀ ਐਕਸਟੈਂਡ ਕਰਾਂ ਲਾਈਨ ਨੂੰ, ਦੇਖੋ ਮੈਂ ਡਾਟਡ ਲਾਈਨ ਲਗਾਈ ਹੋਈ ਹੈ ਬਲੂ ਕਲਰ ਦੀ ਜਿਹੜੀ ਅੰਦਰ ਆ ਗਈ ਹੈ ਨਾ, ਤੇ ਆਰ ਐਸ ਜਿਹੜੀ ਆਪਣੇ ਕੋਲੇ ਨਿਰਗਾਮੀ ਕਿਰਨ ਸੀਗੀ ਉਹਨੂੰ ਵੀ ਆਪਾਂ ਐਕਸਟੈਂਡ ਕਰੀਏ ਤਾਂ ਦੇਖੋ ਉਹ ਦੋਨੋਂ ਇੱਕ ਦੂਜੇ ਸਮਾਨਾਂਤਰ ਨਹੀਂ ਹੋ ਗਈਆਂ। ਤੁਸੀਂ ਕਹੋਗੇ ਹਾਂਜੀ ਸਰ ਇਹ ਬਿਲਕੁਲ ਸਮਾਨਾਂਤਰ ਆ। ਤਾਂ ਬੇਟਾ ਤੁਹਾਨੂੰ ਇਹ ਕਲੀਅਰ ਹੋ ਗਿਆ। ਹੁਣ ਬੇਟਾ ਜਿਹੜੀ ਮੈਂ ਇਹਦੇ ਵਿੱਚ ਗੱਲ ਕਰਨੀ ਸੀਗੀ, ਤਾਂ ਤੁਸੀਂ ਦੇਖੋ ਪੀ ਕਿਊ ਐਨ ਨਾਲ, ਜੇ ਤੁਸੀਂ ਪੀ ਕਿਊ ਐਨ ਵਾਲੇ ਕੋਣ ਨਾਲ ਦੇਖਦੇ ਆ ਤਾਂ ਮੈਂ ਦੇਖੋ ਬੇਟਾ ਉੱਥੇ ਆਈ ਲਿਖਿਆ ਹੋਇਆ ਬੇਟਾ, ਫਿਰ ਇਹ ਕਿਹੜਾ ਕੋਣ ਆ, ਇਹ ਆਪਾਤੀ ਕੋਣ ਆ। ਕਿਹੜਾ ਕੋਣ ਆ ਬੇਟਾ, ਆਪਾਤੀ ਕੋਣ। ਤੇ ਫਿਰ ਬੇਟਾ ਤੁਸੀਂ ਹੁਣ ਨੀਚੇ ਆ ਜਾਓ ਆਰ ਕਿਊ, ਤੇ ਦੇਖੋ ਨੀਚੇ ਜਿਹੜੀ ਲਾਈਨ ਲੱਗੀ ਹੋਈ ਉਹਦੇ ਵਿੱਚ ਮੈਂ ਇੱਕ ਆਰ ਲਿਖਿਆ ਹੋਇਆ, ਜਿਹੜੀ ਆਪਣੇ ਕੋਲੇ ਆਪ੍ਰਵਰਤਿਤ ਕਿਰਨ ਆ ਉਹ ਲੰਬ ਨਾਲ ਕਿਹੜਾ ਕੋਣ ਬਣਾ ਰਹੀ ਆ, ਆਰ। ਤਾਂ ਬੇਟਾ ਫਿਰ ਇਸ ਕੋਣ ਨੂੰ ਆਪਾਂ ਆਪ੍ਰਵਰਤਿਤ ਕੋਣ ਕਹਿੰਦੇ ਆ। ਕੀ ਕਹਿੰਦੇ ਆ ਬੇਟਾ ਆਪਾਂ ਇਹਨੂੰ, ਆਪ੍ਰਵਰਤਿਤ ਕੋਣ। ਹੁਣ ਇੱਕ ਚੀਜ਼ ਨੋਟ ਕਰੋ, ਜੇ ਮੈਂ ਤੁਹਾਨੂੰ ਪੁੱਛਾਂ ਵੀ ਇਹਦੇ ਵਿੱਚ ਆਈ ਕੋਣ ਵੱਡਾ ਕਿ ਆਰ ਕੋਣ ਵੱਡਾ, ਤਾਂ ਤੁਸੀਂ ਕੀ ਕਹੋਗੇ। ਤਾਂ ਬੇਟਾ ਇੱਥੋਂ ਤੁਸੀਂ ਹੁਣ ਕਲੀਅਰਲੀ ਦੇਖ ਕੇ ਹੀ ਦੱਸ ਸਕਦੇ ਹੋ। ਤੁਸੀਂ ਕਹੋਗੇ ਸਰ ਜਿਹੜਾ ਇਹਦੇ ਵਿੱਚ ਆਪਣੇ ਕੋਲ ਆਪਾਤੀ ਕੋਣ ਆ ਉਹ ਵੱਡਾ ਵਾ, ਤੇ ਜਿਹੜਾ ਆਪਣੇ ਕੋਲੇ ਅਪਵਰਤਿਤ ਕੋਣ ਆ ਉਹ ਕੀ ਆ, ਛੋਟਾ। ਹਾਂਜੀ ਬੇਟਾ, ਤਾਂ ਫਿਰ ਇੱਥੋਂ ਆਪਾਂ ਨੂੰ ਇਹ ਕਲੀਅਰ ਹੁੰਦਾ ਜਦੋਂ ਵੀ ਆਪਣੀ ਜਿਹੜੀ ਪ੍ਰਕਾਸ਼ ਦੀ ਕਿਰਨ ਹੈਗੀ ਆ, ਮਤਲਬ ਆਪਾਤੀ ਕਿਰਨ, ਜਦੋਂ ਉਹ ਵਿਰਲੇ ਤੋਂ ਸੰਘਣੇ ਮਾਧਿਅਮ ਵੱਲ ਜਾਂਦੀ ਆ ਤਾਂ ਜਿਹੜਾ ਆਪਣਾ ਆਪਾਤੀ ਕੋਣ ਆ ਉਹ ਵੱਡਾ ਹੁੰਦਾ ਕਿਹਦੇ ਨਾਲੋਂ, ਆਪ੍ਰਵਰਤਿਤ ਕੋਣ ਨਾਲੋਂ। ਤੇ ਜੇ ਬੇਟਾ ਹੁਣ ਆਪਾਂ ਉਲਟ ਗੱਲ ਕਰੀਏ ਇਹਨੂੰ, ਜੇ ਹੁਣ ਦੇਖੋ ਰੇ ਆਫ ਲਾਈਟ ਜਿਹੜੀ ਆਪਣੀ ਹੈਗੀ ਆ, ਠੀਕ ਹੈ, ਉਹ ਸੰਘਣੇ ਤੋਂ ਵਿਰਲੇ ਮਾਧਿਅਮ 'ਚ ਗਈ ਹੈ, ਤਾਂ ਉੱਥੇ ਆਪਣਾ ਜਿਹੜਾ ਆਪਾਤੀ ਕੋਣ ਆ ਉਹ ਬੇਟਾ ਕੀ ਹੋ ਜਾਊਗਾ, ਛੋਟਾ ਹੋ ਜਾਊਗਾ, ਤੇ ਜਿਹੜਾ ਆਪਣੇ ਕੋਲੇ ਆਪ੍ਰਵਰਤਿਤ ਕੋਣ ਆ ਉਹ ਕੀ ਹੋ ਜਾਊਗਾ ਬੇਟਾ, ਆਪਣੇ ਕੋਲੇ ਵੱਡਾ। ਹਾਂਜੀ ਬੇਟਾ, ਨੈਕਸਟ ਟੌਪਿਕ ਜਿਹੜਾ ਆਪਾਂ ਹੁਣ ਡਿਸਕਸ ਕਰਨ ਜਾ ਰਹੇ ਹਾਂ ਉਹ ਹੈਗਾ ਆਪ੍ਰਵਰਤਨ ਦੇ ਨਿਯਮ, ਲਾਜ਼ ਆਫ ਰਿਫਰੈਕਸ਼ਨ। ਹਾਂਜੀ ਬੇਟਾ, ਇਹਦਾ ਜਿਹੜਾ ਫਸਟ ਆਪਣੇ ਕੋਲੇ ਲਾ ਹੈਗਾ ਉਹ ਹੈਗਾ ਆਪਾਤੀ ਕਿਰਨ, ਆਪ੍ਰਵਰਤਿਤ ਕਿਰਨ ਅਤੇ ਦੋਵੇਂ ਮਾਧਿਅਮ ਨੂੰ ਵੱਖ ਕਰਨ ਵਾਲੀ ਸਤਹ ਤੇ ਆਪਤਨ ਬਿੰਦੂ ਉੱਤੇ ਲੰਬ ਇੱਕ ਹੀ ਤਲ ਵਿੱਚ ਹੁੰਦੇ ਹਨ। ਮੈਂ ਬੇਟਾ ਇੱਕ ਵਾਰੀ ਹੁਣ ਫੇਰ ਕਲੀਅਰਲੀ ਦੱਸ ਰਿਹਾ, ਧਿਆਨ ਨਾਲ ਸੁਣਿਓ। ਆਪਾਤੀ ਕਿਰਨ ਜਿਹੜੀ ਹਵਾ ਦੇ ਵਿੱਚੋਂ ਆ ਰਹੀ ਸੀ, ਆਪਾਂ ਕਿਹਾ ਸੀਗਾ, ਠੀਕ ਹੈ। ਆਪ੍ਰਵਰਤਿਤ ਕਿਰਨ ਜਿਹੜੀ ਸਤਹ ਤੇ ਟਕਰਾਉਣ ਤੋਂ ਬਾਅਦ, ਜਿਹੜੀ ਹੁਣ ਤੁਸੀਂ ਡਾਇਗਰਾਮ ਵਿੱਚ ਦੇਖ ਰਹੇ ਹੋ, ਪੀ ਕਿਊ ਤੇ ਮੈਂ ਕਿਊ ਆਰ ਦੀ ਗੱਲ ਕਰ ਰਿਹਾ ਬੇਟਾ, ਠੀਕ ਹੈ, ਇਹਦੇ ਵਿੱਚ। ਤੇ ਜਿਹੜੇ ਦੋਨੋਂ ਮਾਧਿਅਮ ਨੂੰ ਅੱਡ ਕਰ ਰਹੀ ਹੈ, ਏ ਬੀ, ਠੀਕ ਹੈ, ਜਿਹੜੀ ਗਲਾਸ ਦੇ ਵਿੱਚ ਆਪਾਂ ਏ ਬੀ ਸਤਹ ਲਈ ਹੋਈ ਹੈ ਨਾ, ਉਹ ਅੱਡ ਕਰ ਰਹੀ ਹੈ ਨਾ, ਉਹ ਵਾਲੀ ਹੋ ਗਈ। ਉਦੋਂ ਬਾਅਦ ਚੋਂ ਜਿਹੜਾ ਆਪਣੇ ਕੋਲ ਇਹਦੇ ਵਿੱਚ ਇੱਕ ਲੰਬ ਬਣਿਆ ਹੋਇਆ, ਠੀਕ ਹੈ, ਤੇ ਜਿੱਥੇ ਇਹ ਦੇਖੋ ਕਿਊ ਦੇ ਉੱਪਰ ਮਿਲ ਰਹੇ ਆ ਨਾ, ਉਹ ਕਿਊ ਨੂੰ ਆਪਾਂ ਕਹਿ ਸਕਦੇ ਹਾਂ ਆਪਤਨ ਬਿੰਦੂ। ਇਹ ਸਾਰੇ ਬੇਟਾ ਇੱਕੋ ਹੀ ਪਲੇਨ ਦੇ ਵਿੱਚ ਹੁੰਦੇ ਹਨ। ਪਹਿਲਾ ਸਾਰਿਆਂ ਨੂੰ ਕਲੀਅਰ ਹੋ ਗਿਆ। ਹੁਣ ਬੇਟਾ ਆਪਾਂ ਗੱਲ ਕਰਨ ਲੱਗੇ ਹਾਂ ਸੈਕਿੰਡ ਦੀ। ਫਿਰ ਉਹ ਕੀ ਕਹਿੰਦੇ ਆ, ਦੇਖੋ ਕਹਿੰਦੇ ਪ੍ਰਕਾਸ਼ ਦੇ ਕਿਸੇ ਨਿਸ਼ਚਿਤ ਰੰਗ ਜਾਂ ਅਨਿਸ਼ਚਿਤ ਮਾਧਿਅਮ ਦੇ ਜੋੜੇ ਦੇ ਲਈ ਆਪਾਤੀ ਕੋਣ ਦੇ ਸਾਈਨ ਅਤੇ ਪ੍ਰਵਰਤਨ ਕੋਣ ਦੇ ਸਾਈਨ ਦਾ ਅਨੁਪਾਤ ਸਥਿਰ ਹੁੰਦਾ ਹੈ। ਮਤਲਬ ਸਿੰਪਲ ਹੀ ਹੈ ਬੇਟਾ, ਆਪਣੇ ਕੋਲੇ ਇਹਦੇ ਵਿੱਚ ਆਪਾਂ ਦੋ
ਕੋਣ ਪੜ੍ਹੇ ਸੀਗੇ, ਠੀਕ ਹੈ। ਇੱਕ ਕਿਹੜਾ ਕੋਣ ਸੀਗਾ ਆਪਣੇ ਕੋਲੇ, ਆਪਾਤੀ ਕੋਣ, ਦੂਜਾ ਪ੍ਰਵਰਤਿਤ ਜਾਂ ਉਹਨੂੰ ਆਪਾਂ ਵਰਤਨ ਕੋਣ ਕਹਿ ਦਿੰਦੇ ਹਾਂ ਆਪਾਂ, ਠੀਕ ਹੈ। ਉਹਨਾਂ ਦੋਨਾਂ ਨੂੰ ਜੇ ਆਪਾਂ ਸਾਈਨ ਦਾ ਐਂਗਲ ਲੈ ਲਈਏ, ਮਤਲਬ ਸਾਈਨ ਆਈ ਬਟਾ ਸਾਈਨ ਆਰ, ਉਹ ਹਮੇਸ਼ਾ ਕੀ ਹੁੰਦਾ ਬੇਟਾ, ਇਹਦੇ ਵਿੱਚ ਆਪਣੇ ਕੋਲੇ ਇੱਕ ਸਥਿਰ ਅੰਕ ਹੁੰਦਾ, ਠੀਕ ਹੈ। ਮਤਲਬ ਇਹਦੀ ਜਿਹੜੀ ਵੈਲਿਊ ਆਊਗੀ ਕਿਸੇ ਵੀ ਦੋ ਮਾਧਿਅਮ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਸਾਈਨ ਆਈ ਤੇ ਸਾਈਨ ਆਰ ਦੀ, ਜਦੋਂ ਉਹਨਾਂ ਨੂੰ ਡਿਵਾਈਡ ਕਰਾਂਗੇ ਤਾਂ ਉਹ ਹਮੇਸ਼ਾ ਕੀ ਹੁੰਦੀ ਆ, ਸਥਿਰ ਅੰਕ ਹੁੰਦਾ, ਮਤਲਬ ਇੱਕ ਕਾਂਸਟੈਂਟ ਵੈਲਿਊ ਆਉਂਦੀ ਆ। ਇਸ ਲਾ ਨੂੰ ਬੇਟਾ ਆਪਾਂ ਸਨੈਲ ਦਾ ਅਪਵਰਤਨ ਨਿਯਮ ਵੀ ਕਹਿੰਦੇ ਆ। ਕੀ ਕਹਿੰਦੇ ਆ ਬੇਟਾ ਇਹਨੂੰ ਆਪਾਂ, ਸਨੈਲ ਦਾ ਅਪਵਰਤਨ ਨਿਯਮ, ਇਹਨੂੰ ਸਨੈਲਸ ਲਾ ਆਫ ਰਿਫਰੈਕਸ਼ਨ ਵੀ ਆਪਾਂ ਕਹਿੰਦੇ ਆ। ਕਲੀਅਰ ਬੇਟਾ ਸਾਰਿਆਂ ਨੂੰ ਦੋਨੋਂ ਲਾਜ਼? ਹਾਂਜੀ ਬੱਚਿਓ, ਇੱਥੋਂ ਤੱਕ ਆਪਾਂ ਨੂੰ ਹੁਣ ਰਿਫਰੈਕਸ਼ਨ ਦੇ ਲਾਸ ਬਾਰੇ ਕਲੀਅਰਲੀ ਪਤਾ ਲੱਗ ਗਿਆ। ਤਾਂ ਇਹਦੇ ਵਿੱਚ ਜਿਹੜਾ ਬੇਟਾ ਆਪਾਂ ਇੱਕ ਲਾ ਪੜ੍ਹਿਆ, ਜਿਹੜਾ ਸੈਕਿੰਡ ਲਾ ਸੀਗਾ, ਜਿਹਨੂੰ ਆਪਾਂ ਸਨੈਲਸ ਲਾ ਆਫ ਰਿਫਰੈਕਸ਼ਨ ਕਿਹਾ ਸੀਗਾ, ਹੈ ਨਾ ਬੇਟਾ। ਉਹਦੇ ਵਿੱਚ ਹੁਣ ਜਿਹੜਾ ਸਨੈਲਸ ਲਾ ਉਹ ਕੀ ਕਹਿੰਦਾ ਸੀਗਾ, ਕਹਿੰਦਾ ਵੀ ਜਿਹੜੇ ਦੋਨੋਂ ਮਾਧਿਅਮ ਹੁੰਦੇ ਆਪਣੇ ਕੋਲੇ, ਠੀਕ ਹੈ, ਪਹਿਲੇ ਮਾਧਿਅਮ ਦਾ ਸਾਈਨ ਆਈ ਲੈਣਾ ਤੇ ਦੂਜੇ ਮਾਧਿਅਮ ਦਾ ਸਾਈਨ ਆਰ, ਜਦੋਂ ਆਪਾਂ ਉਹਦਾ ਅਨੁਪਾਤ ਕਰਦੇ ਹਾਂ ਤਾਂ ਉਹ ਹਮੇਸ਼ਾ ਕੀ ਆਉਂਦਾ ਆਪਣੇ ਕੋਲ, ਇੱਕ ਸਥਿਰ ਅੰਕ ਆਉਂਦਾ। ਇੱਕ ਤਾਂ ਤਰੀਕਾ ਹੁੰਦਾ ਹੈ ਕਿਸੇ ਵੀ ਚੀਜ਼ ਦਾ ਰਿਫਰੈਕਟਿਵ ਇੰਡੈਕਸ ਜਾਂ ਸਥਿਰ ਅੰਕ ਪਤਾ ਕਰਨ ਦਾ, ਵੀ ਉਹਦਾ ਸਾਈਨ ਆਈ ਤੇ ਸਾਈਨ ਆਰ ਪਤਾ ਕਰ ਲਓ, ਉਹਦਾ ਅਨੁਪਾਤ ਲੈ ਲਓ ਤਾਂ ਆਪਾਂ ਉਹਨੂੰ ਫਾਈਂਡ ਕਰ ਸਕਦੇ ਹਾਂ। ਪਰ ਇਹਦਾ ਇੱਕ ਹੋਰ ਤਰੀਕਾ ਹੁੰਦਾ, ਤੁਸੀਂ ਸਟਾਰਟਿੰਗ ਤੇ ਯਾਦ ਕਰੋ, ਮੈਂ ਤੁਹਾਨੂੰ ਕਿਹਾ ਸੀਗਾ ਵੀ ਜਿਹੜੀ ਰਿਫਰੈਕਸ਼ਨ ਹੁੰਦੀ ਆ, ਜਿਹੜਾ ਅਪਵਰਤਨ ਹੁੰਦਾ, ਉਹਦੇ ਵਿੱਚ ਕੀ ਹੁੰਦਾ, ਜਿਹੜੀ ਗਤੀ ਆ, ਕਾਹਦੀ ਗਤੀ, ਪ੍ਰਕਾਸ਼ ਦੀ ਗਤੀ ਦੋਨਾਂ ਮਾਧਿਅਮ ਦੇ ਵਿੱਚ ਕੀ ਹੋ ਜਾਂਦੀ ਆ, ਵੱਖ-ਵੱਖ ਹੋ ਜਾਂਦੀ ਹੈ ਨਾ। ਤਾਂ ਤੁਸੀਂ ਇੱਕ ਕੰਸੀਡਰ ਕਰੋ, ਆਪਣੇ ਕੋਲ ਇੱਕ ਐਗਜ਼ਾਮਪਲ ਆ, ਜਿਵੇਂ ਤੁਸੀਂ ਇਹ ਸਕਰੀਨ ਦੇ ਉੱਪਰ ਦੇਖ ਰਹੇ ਹੋ। ਮੀਡੀਅਮ 1 ਉਹਨਾਂ ਨੇ 에ਅਰ ਕਿਹਾ, ਹਵਾ ਲਈ ਆ, ਤੇ ਮੀਡੀਅਮ 2 ਕੀ ਕਿਹਾ, ਉਹਨਾਂ ਨੇ ਇੱਕ ਗਲਾਸ ਲਿਆ। ਤਾਂ ਜੇ ਆਪਾਂ ਇਸ ਚੀਜ਼ ਦਾ ਸਥਿਰ ਅੰਕ ਪਤਾ ਕਰਨਾ ਹੋਵੇ, ਪਰ ਲੈਟ ਕਰ ਲਓ ਵੀ ਆਪਣੇ ਕੋਲੇ ਨਾ ਤਾਂ ਆਈ ਪਤਾ ਐਂਗਲ ਤੇ ਨਾ ਹੀ ਆਪਾਂ ਨੂੰ ਐਂਗਲ ਕੀ ਪਤਾ ਆਰ, ਤਾਂ ਫਿਰ ਆਪਾਂ ਇਹਨੂੰ ਕਿੱਦਾਂ ਫਾਈਂਡ ਕਰ ਸਕਦੇ ਹਾਂ। ਤਾਂ ਬੇਟਾ ਇਹਨੂੰ ਫਾਈਂਡ ਕਰਨ ਦਾ ਤਰੀਕਾ ਕੀ ਹੁੰਦਾ, ਆਪਾਂ ਨੂੰ ਗਤੀ ਪਤਾ ਹੋਣੀ ਚਾਹੀਦੀ ਹੈ, ਠੀਕ ਹੈ। ਵੀ ਜਿਹੜਾ ਪ੍ਰਕਾਸ਼ ਆ ਉਹਦੀ ਹਵਾ ਵਿੱਚ ਕਿੰਨੀ ਗਤੀ ਹੈ ਤੇ ਉਹਦੀ ਗਲਾਸ ਦੇ ਵਿੱਚ ਕਿੰਨੀ ਗਤੀ ਹੈ। ਤਾਂ ਤੁਹਾਨੂੰ ਮੈਂ ਅੱਗੇ ਦੱਸਿਆ ਵੀ ਸੀਗਾ ਵੀ ਜਿਹੜੀ ਇਹ ਗਤੀ ਹੈਗੀ ਆ ਉਹ ਕਿੱਦਾਂ ਫਾਈਂਡ ਕਰ, ਮਤਲਬ ਕਿੰਨੀ ਹੁੰਦੀ ਹੈ, 3 × 10⁸ ਮੀਟਰ ਪਰ ਸੈਕਿੰਡ ਕਾਹਦੇ ਵਿੱਚ ਹੁੰਦੀ ਆ, ਹਵਾ ਦੇ ਵਿੱਚ ਹੁੰਦੀ ਹੈ, ਤੇ ਗਲਾਸ ਦੇ ਵਿੱਚ ਆਪਾਂ ਲਈ ਸੀਗੀ 2 × 10⁸ ਮੀਟਰ ਪਰ ਸੈਕਿੰਡ। ਤਾਂ ਠੀਕ ਹੈ ਬੇਟਾ, ਤਾਂ ਸਿੰਪਲ ਇਹਦਾ ਅਨੁਪਾਤ ਲੈ ਲਓ, ਠੀਕ ਹੈ। ਜੇ ਤੁਸੀਂ ਹੁਣ ਗਲਾਸ ਦਾ ਰਿਫਰੈਕਟਿਵ ਇੰਡੈਕਸ ਜਾਂ ਸਥਿਰ ਅੰਕ ਲੱਭ ਰਹੇ ਹੋ ਤਾਂ ਆਪਾਂ ਕੀ ਕਰਨਾ, ਸਭ ਤੋਂ ਉੱਪਰ ਕੀ ਲੈਣਾ, ਆਪਾਂ ਉੱਪਰ ਲੈਣਾ ਬੇਟਾ ਆਪਾਂ ਸਪੀਡ ਆਫ ਲਾਈਟ ਇਨ 에ਅਰ, ਮਤਲਬ ਲਾਈਟ ਦੀ, ਪ੍ਰਕਾਸ਼ ਦੀ ਗਤੀ ਹਵਾ ਦੇ ਵਿੱਚ ਬਟਾ ਪ੍ਰਕਾਸ਼ ਦੀ ਗਤੀ ਦਿੱਤੇ ਹੋਏ ਮੀਡੀਅਮ ਦੇ ਵਿੱਚ, ਇੱਥੇ ਆਪਾਂ ਗਲਾਸ ਲੈ ਰਹੇ ਹਾਂ, ਠੀਕ ਹੈ। ਉਹਨਾਂ ਦੋਨਾਂ ਦਾ ਅਨੁਪਾਤ ਕਰ ਲਓ ਤਾਂ ਆਪਣੇ ਕੋਲੇ ਕੀ ਪਤਾ ਲੱਗ ਜਾਂਦਾ, ਉਹਦਾ ਰਿਫਰੈਕਟਿਵ ਇੰਡੈਕਸ ਪਤਾ ਲੱਗ ਜਾਂਦਾ। ਤਾਂ ਫਿਰ ਤੁਸੀਂ ਮੈਨੂੰ ਇੱਥੇ ਪੁੱਛੋਗੇ ਸਰ ਬਣ ਇਹ ਰਿਫਰੈਕਟਿਵ ਇੰਡੈਕਸ ਕਿਹਦਾ, ਹਵਾ ਦਾ ਕਿ ਗਲਾਸ ਦਾ? ਤਾਂ ਬੇਟਾ ਆਪਾਂ ਇੱਥੇ ਕਹਾਂਗੇ ਇਹ ਰਿਫਰੈਕਟਿਵ ਇੰਡੈਕਸ ਕਾਹਦਾ ਆਇਆ ਆਪਣੇ ਕੋਲੇ, ਇਹ ਰਿਫਰੈਕਟਿਵ ਇੰਡੈਕਸ ਆਇਆ ਗਲਾਸ ਦਾ, ਮੀਡੀਅਮ ਦੂਜੇ ਦਾ। ਕਲੀਅਰਲੀ ਪਤਾ ਲੱਗ ਗਿਆ ਸਾਰਿਆਂ ਨੂੰ, ਠੀਕ ਹੈ। ਹੁਣ ਮੰਨ ਲਓ ਆਪਾਂ ਕੀ ਕਰਨੀ ਆ, ਪਾਣੀ ਦਾ ਪਤਾ ਕਰਨਾ, ਰਿਫਰੈਕਟਿਵ ਇੰਡੈਕਸ ਕਾਹਦਾ ਪਤਾ ਕਰਨਾ, ਪਾਣੀ ਦਾ। ਤੇ ਜੇ ਪਾਣੀ ਦਾ ਰਿਫਰੈਕਟਿਵ ਇੰਡੈਕਸ ਪਤਾ ਕਰਨਾ ਤੇ ਉਹ ਆਪਾਂ ਕਿੱਦਾਂ ਪਤਾ ਕਰਾਂਗੇ, ਉੱਪਰ ਆਪਾਂ ਲਵਾਂਗੇ ਗਤੀ, ਪ੍ਰਕਾਸ਼ ਦੀ ਗਤੀ ਕਾਹਦੇ ਵਿੱਚ, ਹਵਾ ਦੇ ਵਿੱਚ ਬਟਾ ਪ੍ਰਕਾਸ਼ ਦੀ ਗਤੀ ਪਾਣੀ ਦੇ ਵਿੱਚ। ਤਾਂ ਉਹ ਜਿਹੜਾ ਆਪਣੇ ਕੋਲੇ ਆਨਸਰ ਆਊਗਾ, ਇੱਕ ਸਥਿਰ ਅੰਕ ਆਊਗਾ ਬੇਟਾ, ਉਹ ਕਾਹਦਾ ਹੋਊਗਾ ਆਪਣੇ ਕੋਲੇ, ਪਾਣੀ ਦਾ। ਬੇਟਾ ਇਸੇ ਤਰ੍ਹਾਂ ਹੀ ਹੁਣ ਤੁਸੀਂ ਦੇਖੋ, ਜਿਹੜੀ ਤੁਸੀਂ ਡਾਇਗਰਾਮ ਦੇਖ ਰਹੇ ਹੋ, ਠੀਕ ਹੈ, ਉਹਦੇ ਵਿੱਚ ਡਿਫਰੈਂਟ ਸਬਸਟੈਂਸ ਮੈਂ ਲਏ ਹੋਏ ਆ ਤੇ ਉਹਨਾਂ ਦਾ ਜਿਹੜਾ ਹੈਗਾ ਰਿਫਰੈਕਟਿਵ ਇੰਡੈਕਸ ਆਪਾਂ ਕਾਊਂਟ ਕੀਤਾ ਹੋਇਆ। ਦੇਖੋ ਸਭ ਤੋਂ ਪਹਿਲਾਂ ਵੈਕਿਊਮ, ਉਹਦਾ ਕਿੰਨਾ ਆਇਆ 1। ਦੈਨ 에ਅਰ ਆ, 에ਅਰ ਦਾ ਵੀ ਜਿਹੜਾ ਹੈਗਾ ਸੇਮ ਕੀ ਹੁੰਦਾ, ਇੰਨਾ ਹੀ ਹੁੰਦਾ ਆਪਣੇ ਕੋਲੇ, ਠੀਕ ਹੈ। ਅਲਕੋਹਲ ਹੋ ਗਿਆ, ਸਪਿਰਿਟ ਹੋ ਗਿਆ, ਵਾਟਰ ਹੋ ਗਿਆ, ਕੈਰੋਸੀਨ, ਸਲਫਿਊਰਿਕ ਐਸਿਡ, ਹਰ ਇੱਕ ਦਾ ਅੱਡ ਮਿਊ ਜਿਹੜਾ ਹੈਗਾ ਆਪਾਂ ਉਹ ਫਾਈਂਡ ਕੀਤਾ, ਠੀਕ ਹੈ। ਰਿਫਰੈਕਟਿਵ ਇੰਡੈਕਸ ਨੂੰ ਆਪਾਂ ਮਿਊ ਨਾਲ ਵੀ ਡੋਨੇਟ ਕਰਦੇ ਹਾਂ। ਕਲੀਅਰ ਬੇਟਾ ਸਾਰਿਆਂ ਨੂੰ? ਸੋ ਬੇਟਾ ਇਹ ਆਪਣੇ ਕੋਲ ਇੱਕ ਮੈਥਡ ਆ ਜਿਹਦੇ ਨਾਲ ਆਪਾਂ ਸਥਿਰ ਅੰਕ ਰਿਫਰੈਕਟਿਵ ਇੰਡੈਕਸ ਜਿਹਨੂੰ ਆਪਾਂ ਮਿਊ ਨਾਲ ਡੋਨੇਟ ਕਰਦੇ ਹਾਂ, ਉਹ ਕਿਸੇ ਵੀ ਸਬਸਟੈਂਸ ਦਾ ਫਾਈਂਡ ਕਰ ਸਕਦੇ ਹਾਂ, ਠੀਕ ਹੈ। ਤਾਂ ਜਿਹੜਾ ਇਹ ਟੇਬਲ ਬੇਟਾ ਜਿਹੜਾ ਤੁਸੀਂ ਪਹਿਲਾਂ ਦੇਖਿਆ ਸੀਗਾ, ਇਹਨੂੰ ਯਾਦ ਕਰਨ ਦੀ ਕੋਈ ਲੋੜ ਨਹੀਂ ਹੁੰਦੀ, ਠੀਕ ਹੈ। ਇਹ ਆਪਣੇ ਕੋਲੇ ਐਜ਼ ਇਟ ਇਜ਼ ਮਿਲ ਜਾਂਦਾ ਆਪਾਂ ਨੂੰ, ਤਾਂ ਆਪਾਂ ਨੂੰ ਯੂਜ਼ ਕਰ ਸਕਦੇ ਹਾਂ ਜਿੱਥੇ ਆਪਾਂ ਨੂੰ ਇਹਦੀ ਲੋੜ ਪੈਂਦੀ ਹੈ, ਪਰ ਇਹਨੂੰ ਆਪਾਂ ਲਰਨ ਨਹੀਂ ਕਰਨਾ ਹੁੰਦਾ। ਤਾਂ ਇੱਥੋਂ ਤੱਕ ਮੈਨੂੰ ਲੱਗਦਾ ਰਿਫਰੈਕਟਿਵ ਇੰਡੈਕਸ ਬਾਰੇ ਸਾਰੇ ਬੱਚਿਆਂ ਨੂੰ ਪਤਾ ਲੱਗ ਗਿਆ ਹੋਊਗਾ, ਠੀਕ ਹੈ। ਸਥਿਰ ਅੰਕ ਬਾਰੇ ਵੀ ਕਿੱਦਾਂ ਇਹਨੂੰ ਆਪਾਂ ਫਾਈਂਡ ਕਰ ਸਕਦੇ ਹਾਂ। ਹਾਂਜੀ ਬੇਟਾ, ਅਗਲਾ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਮੈਂ 2 ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਤੁਸੀਂ ਬੇਟਾ ਆਮ ਹੀ ਦੇਖਿਆ ਹੋਵੇਗਾ, ਕਈ ਲੋਕਾਂ ਦੀ ਨਿਗਾਹ ਜਿਹੜੀ ਹੈਗੀ ਆ ਉਹ ਘੱਟ ਹੁੰਦੀ ਆ, ਤਾਂ ਉਹ ਨਿਗਾਹ ਘੱਟ ਹੋਣ ਕਰਕੇ ਉਹ ਐਨਕਾਂ ਦਾ ਉਪਯੋਗ ਕਰਦੇ ਹਨ, ਨਿਗਾਹ ਵਾਲੀਆਂ ਐਨਕਾਂ ਦਾ। ਕੀ ਤੁਸੀਂ ਉਸ ਐਨਕ ਦੇ ਸ਼ੀਸ਼ੇ ਦੇਖੇ ਹਨ, ਕਿ ਉਹ ਸ਼ੀਸ਼ੇ ਹੁੰਦੇ ਹਨ ਜਾਂ ਕੋਈ ਹੋਰ ਚੀਜ਼ ਹੁੰਦੀ ਹੈ?
ਤਾਂ ਬੇਟਾ ਮੈਨੂੰ ਲੱਗਦਾ ਤੁਹਾਡਾ ਸਾਰਿਆਂ ਦਾ ਇੱਥੇ ਆਨਸਰ ਇਹੀ ਹੋਊਗਾ ਵੀ ਸਰ ਉਹ ਤਾਂ ਲੈਂਸ ਹੁੰਦੇ ਆ, ਵੀ ਜਿਹੜੇ ਉਹਨੂੰ ਕਹਿੰਦੇ ਆ ਆਪਾਂ ਲੈਂਸ ਕਹਿੰਦੇ ਆ। ਹਾਂਜੀ ਬੇਟਾ, ਤੇ ਇੱਕ ਹੋਰ ਚੀਜ਼, ਤੁਸੀਂ ਕਦੇ ਜਿਹੜੀ ਆਪਣੀ ਆਪਾਂ ਹੱਥ ਤੇ ਗੁੱਟ ਤੇ ਘੜੀ ਬੰਨ੍ਹਦੇ ਆ, ਉਹ ਕਦੇ ਠੀਕ ਕਰਵਾਈ ਆ? ਤੁਸੀਂ ਦੇਖਿਆ ਹੋਣਾ ਜਦੋਂ ਤੁਸੀਂ ਉਹ ਦੁਕਾਨ ਤੇ ਜਾਓਗੇ ਨਾ, ਤਾਂ ਉਹ ਵੀ ਇੱਕ ਉਹਨਾਂ ਕੋਲ ਇੱਕ ਚੀਜ਼ ਹੁੰਦੀ ਹੈ ਜਿਹੜੀ ਉਹ ਅੱਖ ਦੇ ਵਿੱਚ ਲਗਾ ਕੇ, ਜਿਹੜੀਆਂ ਆਪਣੀ ਰਿਸਟ ਵਾਚ ਹੁੰਦੀ ਆ ਗੁੱਟ ਤੇ ਬੰਨ੍ਹਣ ਵਾਲੀ ਘੜੀ, ਉਹਦੇ ਬਰੀਕ ਬਰੀਕ ਪੁਰਜਿਆਂ ਨੂੰ ਵੱਡਾ ਦੇਖ ਸਕਦੇ ਆ। ਤਾਂ ਉਹ ਵੀ ਤੁਸੀਂ ਆਮ ਨੋਰਮਲ ਦੁਕਾਨਾਂ ਤੇ ਵੀ ਦੇਖਿਆ ਹੋਊਗਾ, ਕੋਈ ਬਰੀਕ ਅੱਖਰ ਪੜ੍ਹਨ ਵਾਸਤੇ ਜਿਹੜਾ ਹੈਗਾ ਤਾਂ ਉਹ ਉਸ ਚੀਜ਼ ਦਾ ਉਪਯੋਗ ਕਰਦੇ। ਹਾਂ ਬੇਟਾ, ਉਸ ਚੀਜ਼ ਨੂੰ ਕੀ ਕਹਿੰਦੇ ਆ? ਉਸ ਨੂੰ ਆਪਾਂ ਵਰਦਰਸ਼ੀ ਲੈਂਸ ਕਹਿੰਦੇ ਆ। ਠੀਕ ਹੈ, ਤਾਂ ਹੁਣ ਜਿਹੜਾ ਆਪਾਂ ਟੌਪਿਕ ਕਰਨ ਜਾ ਰਹੇ ਹਾਂ ਉਹਦਾ ਨਾਮ ਹੈ ਗੋਲਾਕਾਰ ਲੈਂਜ਼ਾਂ ਦੁਆਰਾ ਅਪਵਰਤਨ, ਰਿਫਰੈਕਸ਼ਨ ਥਰੂ ਸਫੈਰੀਕਲ ਲੈਂਜ਼ਸ। ਹੁਣ ਲੈਂਜ਼ਸ ਬਾਰੇ ਤੁਹਾਨੂੰ ਪਤਾ, ਹੁਣ ਮੈਂ ਇੱਕ ਡੈਫੀਨੇਸ਼ਨ ਕਰਦੇ ਹਾਂ ਆਪਾਂ ਵੀ ਲੈਂਜ਼ਸ ਹੁੰਦੇ ਕੀ ਆ। ਠੀਕ ਹੈ, ਤਾਂ ਇਸ ਡੈਫੀਨੇਸ਼ਨ ਨੂੰ ਧਿਆਨ ਨਾਲ ਸੁਣਿਓ। ਦੋ ਸਤਹਾਂ ਨਾਲ ਘਿਰਿਆ ਹੋਇਆ ਕੋਈ ਪਾਰਦਰਸ਼ੀ ਪਦਾਰਥ ਜਿਸ ਦੀ ਇੱਕ ਜਾਂ ਦੋਵੇਂ ਸਤਹ ਗੋਲਾਕਾਰੀ ਹੋਣ, ਉਸ ਨੂੰ ਲੈਂਜ਼ ਕਹਿੰਦੇ ਹਨ। ਠੀਕ ਹੈ ਬੇਟਾ, ਕੀ ਇਹਦੇ ਵਿੱਚ ਮਤਲਬ ਦੋ ਸਤਹਾਂ ਹੁੰਦੀਆਂ ਇਹਦੇ ਵਿੱਚ ਜਿਹੜੀਆਂ ਆਪਣੇ ਕੋਲੇ ਦੋਨੋਂ ਪਾਰਦਰਸ਼ੀ ਹੁੰਦੀਆਂ, ਠੀਕ ਹੈ, ਤੇ ਉਹ ਗੋਲਾਕਾਰੀ ਵੀ ਹੁੰਦੀਆਂ। ਠੀਕ ਹੈ, ਜਿਹਦੇ ਵਿੱਚੋਂ ਦੀ ਪ੍ਰਕਾਸ਼ ਲੰਘਦਾ, ਉਸ ਚੀਜ਼ ਨੂੰ ਬੇਟਾ ਆਪਾਂ ਕੀ ਕਹਿੰਦੇ ਆ? ਲੈਂਜ਼ ਕਹਿੰਦੇ ਆ। ਤੇ ਜਿਵੇਂ ਤੁਸੀਂ ਇਮੇਜ ਦੇ ਵਿੱਚ ਦੇਖ ਰਹੇ ਹੋ ਤਾਂ ਆਪਣੇ ਕੋਲੇ ਦੋ ਤਰ੍ਹਾਂ ਦੇ ਲੈਂਜ਼ ਹੁੰਦੇ ਹਨ। ਠੀਕ ਹੈ, ਅਵਤਲ ਲੈਂਜ਼ ਤੇ ਉੱਤਲ ਲੈਂਜ਼। ਜਿਹੜੇ ਉੱਤਲ ਲੈਂਜ਼ ਆ ਉਹਨੂੰ ਆਪਾਂ ਕਹਿੰਦੇ ਆ ਕਨਵੈਕਸ ਲੈਂਜ਼, ਤੇ ਅਵਤਲ ਲੈਂਜ਼ ਨੂੰ ਆਪਾਂ ਕਹਿੰਦੇ ਆ ਕਨਕੇਵ ਲੈਂਜ਼। ਤੇ ਹੁਣ ਇਹਨਾਂ ਦੀ ਪਛਾਣ, ਇਹ ਬੇਟਾ ਆਪਾਂ ਆਪਣੀ ਲੈਬ ਦੇ ਵਿੱਚ ਆਸਾਨੀ ਨਾਲ ਮਿਲ ਜਾਂਦੇ ਆ। ਇਹਨਾਂ ਦੀ ਪਛਾਣ ਕਰਨੀ ਬੜੀ ਸੌਖੀ ਹੈ। ਜਿਹੜਾ ਤਾਂ ਵਿਚਾਲਿਓ ਮੋਟਾ ਹੋਇਆ ਤੇ ਸਾਈਡਾਂ ਤੋਂ ਹੋਇਆ ਪਤਲਾ, ਉਹਨੂੰ ਬੇਟਾ ਆਪਾਂ ਕਹਿੰਦੇ ਆ ਉੱਤਲ ਲੈਂਜ਼, ਉਹ ਉੱਤਲ ਲੈਂਜ਼ ਹੀ ਹੋਊਗਾ। ਠੀਕ ਹੈ, ਤੇ ਜਿਹੜਾ ਵਿਚਾਲਿਓ ਹੋਇਆ ਪਤਲਾ ਤੇ ਸਾਈਡਾਂ ਤੋਂ ਥੋੜਾ ਜਿਹਾ ਬਾਹਰ ਨੂੰ ਉੱਭਰਿਆ ਹੋਇਆ ਮਤਲਬ ਮੋਟਾ ਹੋਇਆ, ਤਾਂ ਉਸ ਲੈਂਜ਼ ਨੂੰ ਆਪਾਂ ਕੀ ਕਹਿੰਦੇ ਆ? ਉਹ ਬੇਟਾ ਹੁੰਦਾ ਆਪਣੇ ਕੋਲੇ ਅਵਤਲ ਲੈਂਜ਼। ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਉੱਤਲ ਤੇ ਅਵਤਲ ਲੈਂਜ਼। ਠੀਕ ਹੈ, ਹੁਣ ਦੇਖੋ ਇਹਨਾਂ ਨਾਲ ਆਪਾਂ ਕਿਹਾ ਵਾ ਵੀ ਗੋਲਾਕਾਰ ਲੈਂਜ਼। ਤੁਸੀਂ ਕਹੋਗੇ ਸਰ ਇਹ ਗੋਲਾਕਾਰ ਤਾਂ ਹੈ ਨਹੀਂ। ਹੁਣ ਦੇਖੋ ਬੇਟਾ, ਜਿਹੜੀ ਇਮੇਜ ਤੁਹਾਨੂੰ ਨਜ਼ਰ ਆ ਰਹੀ ਆ, ਠੀਕ ਹੈ, ਦੇਖੋ ਇੱਕ ਵਿਚਾਲੇ ਮੋਟਾ, ਹੁਣ ਉਹਨਾਂ ਦੋਨਾਂ ਦੇ ਦੇਖੋ ਜਿਹੜੇ ਡਾਟਡ ਸਰਕਲ ਬਣਾਏ ਹੋਏ ਆ ਨਾ, ਦੋ ਬਣੇ ਹੋਏ ਆ, ਉਹਨਾਂ ਦੋਨਾਂ ਨੂੰ ਜੋੜ ਕੇ ਦੇਖੋ ਫਿਰ ਜਿਹੜਾ ਵਿੱਚ ਬਲੂ ਕਲਰ ਦਾ ਬਣਦਾ ਆਪਣੇ ਕੋਲੇ, ਉਹ ਕੀ ਬਣਦਾ? ਲੈਂਜ਼। ਬੇਟਾ ਇਸੇ ਤਰ੍ਹਾਂ ਹੀ ਜਿਹੜੇ ਆਪਣੇ ਕੋਲੇ ਲੈਂਜ਼ ਹੁੰਦੇ ਆ ਨਾ, ਉਹ ਗੋਲਾਕਾਰ ਜਿਹੜਾ ਆਪਣੇ ਕੋਲੇ ਹੁੰਦੀ ਚੀਜ਼ ਉਸ ਤੋਂ ਹੀ ਬਣਦੇ ਆ। ਦੇਖੋ ਦੋਨੋਂ ਹੀ ਗੋਲਾਕਾਰ ਤੋਂ ਬਣੇ ਕੇ ਤੋੜ ਕੇ ਜੋੜ ਕੇ ਬਣਾਏ ਹੋਏ ਆ। ਹਾਂਜੀ ਬੇਟਾ, ਹੁਣ ਤੁਸੀਂ ਡਾਇਗਰਾਮ ਵੱਲ ਧਿਆਨ ਨਾਲ ਦੇਖੋ। ਠੀਕ ਹੈ, ਜਿਹੜਾ ਆਪਣੇ ਕੋਲੇ ਉੱਤਲ ਲੈਂਜ਼, ਠੀਕ ਹੈ, ਉੱਤਲ ਲੈਂਜ਼ ਨੂੰ ਆਪਾਂ ਅਭਿਸਾਰੀ ਲੈਂਜ਼ ਵੀ ਕਹਿੰਦੇ ਆ, ਤੇ ਜਿਹੜਾ ਆਪਣੇ ਕੋਲੇ ਅਵਤਲ ਆ ਉਹਨੂੰ ਆਪਾਂ ਅਪਸਾਰੀ ਵੀ ਕਹਿੰਦੇ ਆ। ਹੁਣ ਕਿਉਂ? ਹੁਣ ਤੁਸੀਂ ਧਿਆਨ ਨਾਲ ਦੇਖੋ, ਜਿਹੜੀਆਂ ਉੱਤਲ ਲੈਂਜ਼ ਵੱਲ ਕਿਰਨਾਂ ਆ ਰਹੀਆਂ, ਦੇਖੋ ਉਹ ਇੱਕ ਦੂਜੇ ਪਾਸੇ ਜਾ ਕੇ ਜੁੜ ਨਹੀਂ ਗਈਆਂ, ਇਕੱਠੀਆਂ ਨਹੀਂ ਹੋ ਗਈਆਂ, ਉਹ ਇਕੱਠੀਆਂ ਨੂੰ ਆਪਾਂ ਕਹਿੰਦੇ ਆ ਇਹਨਾਂ ਨੂੰ ਅਭਿਸਾਰਿਤ ਕਰਨਾ। ਕੀ ਕਰਨਾ? ਅਭਿਸਾਰਿਤ ਕਰਨਾ। ਇਸੇ ਕਰਕੇ ਇਹਨੂੰ ਆਪਾਂ ਅਭਿਸਾਰੀ ਲੈਂਜ਼ ਵੀ ਕਹਿੰਦੇ ਆ। ਤੇ ਹੁਣ ਦੂਜੇ ਪਾਸੇ ਆਇਓ ਤੁਸੀਂ, ਅਵਤਲ ਵਾਲੇ ਪਾਸੇ। ਹੁਣ ਦੇਖੋ ਜਿਹੜੀਆਂ ਕਿਰਨਾਂ ਆ ਰਹੀਆਂ ਸੀਗੀਆਂ, ਦੇਖੋ ਦੂਜੇ ਪਾਸੇ ਜਾ ਕੇ ਖਿਲਰ ਨਹੀਂ ਗਈਆਂ, ਤੇ ਜਿਹੜੀ ਖਿਲਰ ਗਈਆਂ ਉਹਨੂੰ ਆਪਾਂ ਕਹਿੰਦੇ ਆ ਅਪਸਾਰਿਤ ਕਰਨਾ। ਅਪਸਾਰਿਤ ਕਰਨਾ। ਇਸੇ ਕਰਕੇ ਇਸ ਨੂੰ ਮਤਲਬ ਜਿਹੜਾ ਆਪਣੇ ਕੋਲੇ ਅਵਤਲ ਲੈਂਜ਼ ਆ ਉਹਨੂੰ ਆਪਾਂ ਕੀ ਕਹਿੰਦੇ ਆ? ਅਪਸਾਰੀ ਲੈਂਜ਼। ਕੀ ਕਹਿੰਦੇ ਆ ਬੇਟਾ ਆਪਾਂ? ਅਪਸਾਰੀ ਲੈਂਜ਼। ਹੁਣ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਣਾ ਇੱਥੇ ਆਪਾਂ ਅਭਿਸਾਰੀ ਤੇ ਅਪਸਾਰੀ ਲੈਂਜ਼ ਕਿਉਂ ਕਿ। ਹਾਂਜੀ ਬੇਟਾ, ਜਿਹੜੇ ਵੀ ਲੈਂਜ਼ ਹੁੰਦੇ ਆ, ਚਾਹੇ ਉਹ ਉੱਤਲ ਹੋਵੇ ਚਾਹੇ ਅਵਤਲ ਹੋਵੇ, ਉਹਦੀਆਂ ਜਿਹੜੀਆਂ ਦੋਨੋਂ ਸਤਹਾਂ ਹੁੰਦੀਆਂ ਜਿਹਦੇ ਉੱਤੇ ਆਪਾਂ ਲਾਈਟ ਪਾ ਸਕਦੇ ਹਾਂ, ਠੀਕ ਹੈ, ਉਹ ਦੋਨੋਂ ਪਾਸੇ ਆਪਾਂ ਲਾਈਟ ਪਾ ਸਕਦੇ ਹੁੰਦੇ ਹਾਂ। ਠੀਕ ਹੈ, ਉਹ ਕਿਸੇ ਇੱਕ ਗੋਲੇ ਦਾ ਹਿੱਸਾ ਜ਼ਰੂਰ ਹੁੰਦੀ ਹੈ। ਮਤਲਬ ਦੋਨੋਂ ਸਤਹਾਂ ਜਿਹੜੀਆਂ ਹੈਗੀਆਂ ਨਾ, ਉਹ ਦੋਨੋਂ ਕਿਸੇ ਨਾ ਕਿਸੇ ਗੋਲੇ ਦਾ ਹਿੱਸਾ ਹੈਗੀਆਂ ਹੀ ਹੈਗੀਆਂ। ਤੇ ਬੇਟਾ ਜੇ ਉਹ ਗੋਲਾ ਹੋਊਗਾ ਫਿਰ ਉਸ ਗੋਲੇ ਦਾ ਇੱਕ ਸੈਂਟਰ ਵੀ ਹੋਊਗਾ। ਠੀਕ ਹੈ, ਇਹਨਾਂ ਗੋਲਿਆਂ ਦੇ ਜਿਹੜਾ ਕੇਂਦਰ ਲੈਂਜ਼ ਦੇ ਵਕਰਤਾ ਕੇਂਦਰ ਕਹਾਉਂਦੇ ਹਨ। ਠੀਕ ਹੈ, ਜਿਹੜੇ ਉਹ ਦੋਨਾਂ ਮਤਲਬ ਮੰਨ ਲਓ ਆਪਣੇ ਕੋਲ ਇੱਕ ਕੀ ਆ? ਅਵਤਲ ਲੈਂਜ਼। ਅਵਤਲ ਲੈਂਜ਼ ਵੀ ਦੋ ਗੋਲਿਆਂ ਤੋਂ ਬਣਿਆ ਹੋਇਆ। ਉਹਨਾਂ ਦੋਨਾਂ ਗੋਲਿਆਂ ਦਾ ਜਿਹੜਾ ਸੈਂਟਰ ਆ ਬੇਟਾ, ਉਸ ਸੈਂਟਰ ਨੂੰ ਆਪਾਂ ਕੀ ਕਹਿੰਦੇ ਆ? ਵਕਰਤਾ ਕੇਂਦਰ। ਜਿਵੇਂ ਤੁਸੀਂ ਪਹਿਲੀ ਜਿਹੜੀ ਡਾਇਗਰਾਮ ਦੇ ਵਿੱਚ ਫਸਟ ਹੈਗੀ ਆ, ਉਹਦੇ ਵਿੱਚ ਕਲੀਅਰਲੀ ਦੇਖ ਰਹੇ ਹੋ C1 C2 ਲਿਖਿਆ ਹੋਇਆ ਬੇਟਾ। ਜਿਹੜਾ ਹੁਣ C1 C2 ਆ, ਦੇਖੋ ਦੋਨੋਂ ਗੋਲਿਆਂ ਦਾ ਕੀ ਆ? ਸੈਂਟਰ। ਤਾਂ ਉਸ ਸੈਂਟਰ ਨੂੰ ਆਪਾਂ ਬੇਟਾ ਕੀ ਬੋਲਦੇ ਆ? ਵਕਰਤਾ ਕੇਂਦਰ, ਜਿਹਨੂੰ ਆਪਾਂ C ਨਾਲ ਦਰਸਾਉਂਦੇ ਆ। ਇੱਥੇ ਆਪਣੇ ਕੋਲੇ ਦੋ ਗੋਲੇ ਸੀਗੇ, ਇਸੇ ਕਰਕੇ ਆਪਾਂ ਕੀ ਕੀਤਾ? C1 C2 ਲਿਖਿਆ ਹੋਇਆ। ਉਵੇਂ ਹੀ ਦੇਖੋ ਜਿਹੜਾ ਸੈਕਿੰਡ ਹੈਗਾ ਉਹਦੇ ਵਿੱਚ ਵੀ ਕਲੀਅਰ ਐਜ਼ ਇਟ ਇਜ਼ ਆ। ਉਦੋਂ ਬਾਅਦ 'ਚ ਬੇਟਾ ਜਿਹੜਾ ਨੈਕਸਟ ਆਉਂਦਾ ਆਪਣੇ ਕੋਲੇ ਉਹ ਹੈਗਾ, ਹਾਂਜੀ ਬੇਟਾ, ਹੁਣ ਦੇਖੋ C1 ਤੇ C2 ਤੇ ਨਾਲ ਉਹਦੇ ਵਿੱਚੋਂ ਇੱਕ ਲਾਈਨ ਜਾ ਰਹੀ ਆ। ਇਹ ਲਾਈਨ ਬੇਟਾ ਕਾਲਪਨਿਕ ਹੁੰਦੀ ਆ। ਦੇਖੋ ਦੋਨੋਂ ਡਾਇਗਰਾਮਸ ਦੇ ਵਿੱਚ ਹੀ ਹੈਗੀ ਆ ਨਾ। ਇਸ ਜਿਹੜੀ ਇਹ ਲਾਈਨ ਜਾਂਦੀ ਆ, ਇਹਨੂੰ ਆਪਾਂ ਕੀ ਕਹਿੰਦੇ ਆ ਬੇਟਾ? ਮੁੱਖ ਧੁਰਾ। ਕੀ ਕਹਿੰਦੇ ਇਹਨੂੰ ਆਪਾਂ? ਮੁੱਖ ਧੁਰਾ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਪ੍ਰਿੰਸੀਪਲ ਐਕਸਿਸ ਵੀ ਕਹਿ ਦਿੰਦੇ ਆ।
ਸਿਮਿਲਰਲੀ ਹੁਣ ਦੇਖੋ ਜਿਹੜੇ ਬਲੂ ਕਲਰ ਦੇ ਵਿੱਚ ਇੱਕ O ਲਿਖਿਆ ਹੋਇਆ ਜਿਹਨੂੰ ਉਹਨੇ ਆਪਟੀਕਲ ਸੈਂਟਰ ਕਿਹਾ, ਠੀਕ ਹੈ, ਉਹ ਜਿਹੜਾ ਆਪਟੀਕਲ ਸੈਂਟਰ ਆ ਉਹਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ, ਪ੍ਰਕਾਸ਼ ਕੇਂਦਰ। ਕੀ ਕਹਿੰਦੇ ਆ ਬੇਟਾ ਆਪਾਂ, ਪ੍ਰਕਾਸ਼ ਕੇਂਦਰ। ਤੇ ਹੁਣ ਦੇਖੋ ਬੇਟਾ ਉਹ ਕਲੀਅਰਲੀ ਹੁਣ ਤੁਸੀਂ ਉੱਥੋਂ ਆ ਜਾਓ, ਦੇਖੋ P ਤੋਂ ਲੈ ਕੇ P ਤੱਕ, ਠੀਕ ਹੈ। ਜਿਹੜੀ ਸੈਕਿੰਡ ਐਗਜ਼ਾਮਪਲ ਆ ਉਹਦੇ ਵਿੱਚ P1 P2 P1 P2 ਤੱਕ ਜਿਹੜੀਆਂ ਮਤਲਬ ਉਹ ਸਾਈਡ ਵਾਲੀਆਂ ਚੀਜ਼ਾਂ ਹੈਗੀਆਂ ਜਿਹਦੇ ਉੱਤੇ ਪ੍ਰਕਾਸ਼ ਪੈਂਦਾ, ਉਸ ਚੀਜ਼ ਨੂੰ ਬੇਟਾ ਹੁਣ ਆਪਾਂ ਕੀ ਕਹਿੰਦੇ ਆ, ਉਹਨੂੰ ਆਪਾਂ ਕਹਿੰਦੇ ਆ ਦੁਆਰਕ, ਜਿਹਨੂੰ ਇੰਗਲਿਸ਼ ਦੇ ਵਿੱਚ ਆਪਾਂ ਕਹਿੰਦੇ ਆ ਅਪਰਚਰ। ਬੇਟਾ ਇੱਥੋਂ ਤੱਕ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਊਗਾ। ਹਾਂਜੀ ਬੇਟਾ ਹੁਣ ਤੁਸੀਂ ਧਿਆਨ ਨਾਲ ਦੇਖੋ, ਜਿਹੜੇ ਆਪਣੇ ਹੁਣ 2 ਲੈਂਸ ਲਏ ਹੋਏ ਆ ਉਹਦੇ ਵਿੱਚੋਂ ਪ੍ਰਕਾਸ਼ ਦੀਆਂ ਕਿਰਨਾਂ ਜਿਹੜੀਆਂ ਹੈਗੀਆਂ ਦੇਖੋ ਸਮਾਨਾਂਤਰ ਆ ਰਹੀਆਂ। ਸਮਾਨਾਂਤਰ ਆਉਣ ਤੋਂ ਬਾਅਦ ਦੇਖੋ ਮਿਲਦੀਆਂ ਕਿੱਥੇ ਪਈਆਂ, ਤਾਂ ਤੁਸੀਂ ਦੇਖੋਗੇ ਸਰ, ਤੁਸੀਂ ਕਹੋਗੇ ਸਰ ਇਹ F ਦੇ ਉੱਪਰ ਮਿਲ ਰਹੀਆਂ। ਹਾਂਜੀ ਬੇਟਾ, ਤਾਂ ਇਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ, ਇਹਦਾ ਫੋਕਸ, ਮੁੱਖ ਫੋਕਸ। ਤਾਂ ਜਿਹੜੀ ਆਪਣੇ ਕੋਲੇ ਸੈਕਿੰਡ ਅਵਤਲ ਲੈਂਸ ਆ ਉਹਦੇ ਵਿੱਚ ਦੇਖੋ, ਉਹਦੇ ਵਿੱਚ ਜਿਹੜੀ ਲਾਈਟ ਹੈਗੀ ਆ ਮਤਲਬ ਪ੍ਰਕਾਸ਼ ਦੀਆਂ ਕਿਰਨਾਂ ਉਹ ਬਿਖਰ ਗਈਆਂ। ਉਦੋਂ ਬਾਅਦ ਜਦੋਂ ਉਹਨੂੰ ਵਾਪਸ ਮਿਲਾਇਆ ਜਾਵੇ, ਦੇਖੋ ਡਾਟਡ ਬਣਾਈਆਂ ਨਾ, ਤਾਂ ਦੇਖੋ ਫਿਰ F1 ਤੇ ਉੱਪਰ ਆ ਕੇ ਮਿਲ ਰਹੀਆਂ ਨਾ, ਤਾਂ ਬੇਟਾ ਇਹਨੂੰ ਆਪਾਂ ਕੀ ਕਹਿੰਦੇ ਆ, ਅਵਤਲ ਲੈਂਸ ਦਾ ਮੁੱਖ ਫੋਕਸ। ਤਾਂ ਫਿਰ ਤੁਸੀਂ ਕਹੋਗੇ ਸਰ ਜਿਹੜਾ ਆਪਣੇ ਕੋਲ ਇੱਥੇ ਉੱਤਲ ਲੈਂਸ ਆ ਉਹਦੇ ਵਿੱਚ ਤੁਸੀਂ ਫੋਕਸ 2 ਲਿਖੇ ਹੋਏ ਆ, ਇੱਕ F1 ਆ, ਦੂਜਾ ਕੀ ਆਪਣੇ ਕੋਲ F2। ਤਾਂ ਬੇਟਾ ਇਹਦੇ ਵਿੱਚ ਆਪਾਂ ਇਸ ਕਰਕੇ 2 ਲੈਂਦੇ ਆ ਕਿਉਂਕਿ ਇਹਦੇ ਵਿੱਚ ਜਿਹੜੀਆਂ ਆਪਣੀਆਂ ਦੋਨੋਂ ਹੀ ਸਾਈਡਾਂ ਹੁੰਦੀਆਂ ਇਹਦੀਆਂ, ਮਤਲਬ ਜਿਹਦੇ ਉੱਤੇ ਪ੍ਰਕਾਸ਼ ਦੋਨੋਂ ਪਾਸੇ ਹੀ ਪ੍ਰਕਾਸ਼ ਆਪਾਂ ਪਾ ਸਕਦੇ ਹਾਂ, ਇਸ ਕਰਕੇ ਜਿਹੜੇ ਲੈਂਸ ਹੁੰਦੇ ਆ ਨਾ ਇਹਨਾਂ ਦੇ ਫੋਕਸ 2 ਹੁੰਦੇ। ਸੋ ਬੱਚਿਓ ਅੱਜ ਦਾ ਟੌਪਿਕ ਜਿਹੜਾ ਹੈਗਾ ਉਹ ਤਕਰੀਬਨ ਆਪਣਾ ਇੱਥੇ ਖਤਮ ਹੁੰਦਾ। ਤਾਂ ਜਸਟ ਆਪਾਂ ਇੱਕ ਵਾਰੀ ਰਿਕਾਲ ਕਰਦੇ ਹਾਂ ਵੀ ਅੱਜ ਆਪਾਂ ਕੀ ਪੜ੍ਹਿਆ। ਸਭ ਤੋਂ ਪਹਿਲਾਂ ਆਪਾਂ ਬੇਟਾ ਪੜ੍ਹਿਆ ਜਿਹੜਾ ਪ੍ਰਕਾਸ਼ ਦਾ ਅਪਰਿਵਰਤਨ। ਅਪਰਿਵਰਤਨ ਕੀ ਹੁੰਦਾ, ਜਿਹਦੇ ਬਾਰੇ ਆਪਾਂ ਕੁਝ ਐਗਜ਼ਾਮਪਲਾਂ ਵੀ ਦੇਖੀਆਂ ਸੀਗੀਆਂ। ਨੈਕਸਟ ਫਿਰ ਆਪਾਂ ਵਿਰਲਾ ਤੇ ਸੰਘਣਾ ਮਾਧਿਅਮ ਉਹਨਾਂ ਬਾਰੇ ਡਿਸਕਸ ਕੀਤਾ ਵੀ ਜਦੋਂ ਪ੍ਰਕਾਸ਼ ਦੀ ਕਿਰਨ ਆਉਂਦੀ ਹੈ ਤੇ ਜੇ ਉਹ ਵਿਰਲੇ ਤੋਂ ਸੰਘਣੇ ਜਾਂਦੀ ਹੈ ਤਾਂ ਕਿਸ ਸਾਈਡ ਵੱਲ ਮੂਵ ਕਰਦੀ ਹੈ, ਤੇ ਜੇ ਉਹ ਸੰਘਣੇ ਤੋਂ ਵਿਰਲੇ ਵਾਲੇ ਪਾਸੇ ਆਉਂਦੀ ਹੈ ਤਾਂ ਕਿੱਧਰ ਨੂੰ ਜਾਂਦੀ ਹੈ। ਫਿਰ ਬੇਟਾ ਆਪਾਂ ਜਿਹੜਾ ਨੈਕਸਟ ਪੜ੍ਹਿਆ ਕੱਚ ਦੀ ਸਲੈਬ ਵਿੱਚੋਂ ਅਪਵਰਤਨ, ਉਹਦੇ ਬਾਰੇ ਆਪਾਂ ਕਲੀਅਰਲੀ ਪੜ੍ਹਿਆ, ਜਿਹਦੇ ਵਿੱਚ ਆਪਾਂ ਆਪਾਤੀ ਕਿਰਨ, ਨਾਰਮਲ ਰੇਜ਼, ਅਪਰਿਵਰਤਿਤ ਕਿਰਨ, ਨਿਰਗਾਮੀ ਕਿਰਨਾਂ ਬਾਰੇ ਵੀ ਪੜ੍ਹਿਆ। ਫਿਰ ਸੀਗਾ ਲਾ ਆਫ ਰਿਫਰੈਕਸ਼ਨ, ਉਹਦੇ ਬਾਅਦ ਚੋਂ ਆਪਾਂ ਰਿਫਰੈਕਟਿਵ ਇੰਡੈਕਸ ਬਾਰੇ, ਸਥਿਰ ਅੰਕ ਬਾਰੇ ਪੜ੍ਹਿਆ, ਤੇ ਲਾਸਟ ਤੇ ਆਪਾਂ ਰਿਫਰੈਕਸ਼ਨ ਥਰੂ ਸਫੈਰੀਕਲ ਲੈਂਸਿਸ ਬਾਰੇ ਡਿਸਕਸ ਕੀਤਾ। ਹਾਂਜੀ ਬੇਟਾ, ਤੇ ਮੈਂ ਉਮੀਦ ਕਰਦਾ ਤੁਹਾਨੂੰ ਅੱਜ ਦਾ ਟੌਪਿਕ ਜਿਹੜਾ ਹੈਗਾ ਉਹ ਕਲੀਅਰਲੀ ਸਮਝ ਆ ਗਿਆ ਹੋਊਗਾ। ਸੋ ਥੈਂਕ ਯੂ।